ਪਰ ਮੈਨੂੰ ਇਹ ਲੱਗਦਾ ਜਿਵੇਂ ਮੇਰੇ ਜ਼ਿੰਦਗੀ ਵੀ ਕੁਛ ਇਸ ਤਰ੍ਹਾਂ ਦੀ ਹੀ ਰਹੀ ਹੈ ਕਿ ਆਰਟ ਵਰਗੀ ਰਹੀ ਹੈ ਕੁਛ। ਉਹਦੇ ਕਰਕੇ ਉਹ ਮਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਕਿ ਮਾਂ ਨੂੰ ਜਿਵੇਂ ਮਿਹਨਤ ਕਰਦਿਆਂ ਦੇਖਿਆ ਸਾਰੀ ਜ਼ਿੰਦਗੀ, ਤੇ ਉਹ ਜਿਹੜਾ ਮੈਂ ਕਲਾ ਵਾਲੇ ਪਾਸੇ ਗਿਆ ਉਹ ਵੀ ਸ਼ਾਇਦ ਇਸੇ ਕਰਕੇ ਗਿਆ ਕਿ ਇੱਕ ਮਾਂ ਨੇ ਵਿਸ਼ਵਾਸ ਭਰ ਦਿੱਤਾ ਸੀ ਅੰਦਰ, ਹੈ ਨਾ, ਕਿ ਤੁਸੀਂ ਕੁਝ ਹੈਗੇ ਹੋ। ਪਰ ਕੁਝ ਇਸ ਤਰ੍ਹਾਂ ਦਾ ਵਾਪਰਿਆ ਕਿ ਮੈਂ ਜਿਸ ਵੀ ਉਸ ਇਵੈਂਟ ਦੇ ਵਿੱਚ ਗਿਆ ਉੱਥੇ ਫਸਟ ਪ੍ਰਾਈਜ਼ ਆ ਗਿਆ, ਉੱਥੇ ਹੀ ਫਸਟ ਪ੍ਰਾਈਜ਼ ਆ ਗਿਆ, ਇੱਕ ਅੱਧੇ 'ਚ ਸੈਕੰਡ ਪ੍ਰਾਈਜ਼ ਆਇਆ, ਨਹੀਂ ਤਾਂ ਫਸਟ ਹੀ ਆਇਆ। ਕਿਉਂਕਿ ਮੇਰਾ ਨਾਮ ਸਾਹਿਬ ਨਹੀਂ ਸੀਗਾ, ਮੇਰਾ ਨਾਮ ਸਾਹਿਬ ਸੀ। ਤੇ ਭਾ ਨੇ ਬਾਅਦ 'ਚ ਆ ਕੇ ਪੁੱਛਿਆ ਹੋਣਾ ਵੀ ਕੌਣ ਕੌਣ ਆਏ ਸੀ ਕਲਾਕਾਰ, ਉਹ ਸਮਾਨ ਸਮੂਨ ਲੈ ਗਏ ਸਾਰਾ ਜਗ੍ਹਾ ਦਾ। ਤੇ ਉਹਨਾਂ ਦੀ ਬੇਟੀ ਨੇ ਕਿਹਾ ਕਿ ਹਾਂ ਤੁਹਾਡੇ 2-3 ਕਲਾਕਾਰ ਸੀ, ਇੱਕ ਸਾਹਿਬ ਸੀ। ਕਹਿੰਦੇ ਜਿੰਨਾ ਤੇਰੇ ਕੋਲ ਇੰਟੈਲੀਜੈਂਸੀਆ ਹੈ ਯਾਰ, ਤੂੰ ਜੇ BA ਆਨਰਸ ਕੀਤੀ ਹੁੰਦੀ, ਤੂੰ ਮਤਲਬ ਇਸ ਪਾਸੇ ਨੂੰ ਜੇ ਤੁਰਿਆ ਹੁੰਦਾ ਵੀ ਤੁਰਨਾ ਤਾਂ ਤੂੰ ਆਰਟ 'ਚ ਹੀ ਸੀਗਾ, ਤਾਂ ਹੁਣ ਤੱਕ ਤੂੰ ਯੂਨੀਵਰਸਿਟੀ 'ਚ ਕਿਸੇ ਵੱਡੇ ਅਹੁਦੇ ਤੇ ਹੋਣਾ ਸੀ। ਥੀਏਟਰ ਦੇ ਐਕਸਪਰਟ ਬੈਠੇ ਸੀ ਕੋਈ, ਉਹਨਾਂ ਨੇ ਕਿਹਾ ਵੀ ਕਾਕਾ ਤੂੰ ਤੇਰੇ ਕੋਲ ਟੈਲੈਂਟ ਹੈ ਤੇ ਤੇਰੀ ਅਦਾਕਾਰੀ 'ਚ ਡਿਫਰੈਂਟ ਇੱਕ ਰਾਸ ਹੈਗਾ। ਇਹ ਤਕਰੀਬਨ ਕੋਈ ਹੈਗੀ ਗੱਲ 94-95 ਦੇ ਲਾਗੇ ਛਾਗੇ ਜਾ ਕੇ ਮੈਂ ਲਿਖਣ ਦੀ ਕੋਸ਼ਿਸ਼ ਕੀਤੀ। ਕਹਿੰਦਾ ਤੂੰ ਲਿਖਿਆ, ਤੂੰ ਇਹਨੂੰ ਪੇਸ਼ ਕਰ, ਮੈਂ ਤੈਨੂੰ ਮਤਲਬ ਸਹਿਯੋਗ ਦੇਣਾ, ਸਪਾਂਸਰ ਕਰਦਾ। ਇਹ ਮੁਸ਼ਕਿਲਾਂ ਨਹੀਂ ਆਉਂਦੀਆਂ ਜੇ ਜ਼ਿੰਦਗੀ 'ਚ ਤੁਸੀਂ ਇੱਦਾਂ ਤੁਰੇ ਹੋਏ ਨਾ ਕਿਤੇ ਠੇਡਾ ਪੈਂਦਾ ਤੁਹਾਨੂੰ, ਨਾ ਕੋਈ ਗਲਤ ਟੇਢਾ ਰਸਤਾ ਆਉਂਦਾ, ਫਿਰ ਜ਼ਿੰਦਗੀ ਦਾ ਸਵਾਦ ਹੀ ਕੀ ਹੈ ਨਾ। ਇਹ ਜਿਹੜੇ ਸਾਹਮਣੇ 10-15 ਪ੍ਰੋਫੈਸਰ ਜਾਂ ਟੀਚਰ ਬੈਠੇ ਆ ਜਾਂ ਰਾਈਟਰ ਬੈਠੇ, ਇਹ ਤਾਂ ਮੈਨੂੰ ਜਾਣਦੇ ਹੀ ਹੈ, ਇਹ ਨਾਟਕ ਤਾਂ ਮੈਂ ਉਹਨਾਂ ਨੂੰ ਦਿਖਾਉਣਾ ਹੈ। ਇਹ ਜਿਹੜੇ ਪਿੱਛੇ ਬੈਠੇ ਆ, ਮੈਂ ਤਾਂ ਆਪਣੇ ਵੱਲੋਂ ਬੜਾ ਫੂਕ ਚੱਕ ਕੇ ਗੱਲ ਕਹੀ ਜੀ, ਭਾਜੀ ਨਾ ਹੋਰ ਤਰ੍ਹਾਂ ਦੇ ਐਕਸਪ੍ਰੈਸ਼ਨ ਦਿੱਤੇ। ਕਹਿੰਦੇ ਅਮਿਤਾਭ ਬੱਚਨ ਕੌਣ ਹੈ? ਤੂੰ ਸਾਹਿਬ ਸਿੰਘ ਹੈ, ਤੂੰ ਸਾਹਿਬ ਸਿੰਘ ਰਹਿਣਾ ਬਣ ਕੇ, ਤੇ ਤੂੰ ਸਾਹਿਬ ਸਿੰਘ ਬਣ। ਤੈਨੂੰ ਲੈ ਕੇ ਜਾਣਾ ਅੱਜ ਦੀ ਰਾਤ, ਤੈਨੂੰ ਇੱਥੇ ਲੁਧਿਆਣੇ ਦੇ ਲਾਗੇ ਸਮਰਾਲੇ ਨਾ ਤੈਨੂੰ ਖੇਤਾਂ 'ਚ ਘੁਮਾਉਣਾ, ਤੇ ਤੈਨੂੰ ਪਤਾ ਲੱਗੂ ਵੀ ਪੁਲਿਸ ਵਾਲੇ ਅਸੀਂ ਡਿਊਟੀ ਕਿੱਦਾਂ ਕਰਦੇ ਵੀ ਸਾਡੀ ਜਾਨ ਤੇ ਬਣੀ ਹੋਈ ਹੈ। ਦੀ ਰਾਤ ਰੇਲਵੇ ਸਟੇਸ਼ਨ ਤੇ ਗੁਜ਼ਾਰੀ, ਤੇ ਰੇਲਵੇ ਸਟੇਸ਼ਨ ਤੇ ਜਦੋਂ ਅਸੀਂ ਸੁੱਤੇ ਆ ਪਲੇਟਫਾਰਮ ਦੇ ਉੱਤੇ, ਉਸੇ ਰਾਤ ਭੁਚਾਲ ਆਇਆ ਸੀ ਬਹੁਤ ਵੱਡਾ। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਪ੍ਰੋਗਰਾਮ ਜੀ ਸਫ਼ਰੇ ਜ਼ਿੰਦਗੀ। ਜਦੋਂ ਵੀ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਸਹਿ ਸੁਭਾ ਕੇ ਕਹਿ ਦਿੱਤਾ ਜਾਂਦਾ ਕਿ ਜ਼ਿੰਦਗੀ ਦਾ ਦੂਜਾ ਨਾਮ ਸੰਘਰਸ਼ ਹੈ। ਕਈਆਂ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਘੱਟ ਹੁੰਦਾ ਅਤੇ ਕਈਆਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਹੁੰਦਾ ਕਿ ਪੂਰੀ ਜ਼ਿੰਦਗੀ ਹੀ ਸੰਘਰਸ਼ ਕਰਦਿਆਂ ਦੀ ਲੰਘ ਜਾਂਦੀ ਹੈ। ਪਰ ਕਈ ਵਾਰ ਬਰਕਤਾਂ ਦੀ ਗੱਲ ਕਰੀ ਤਾਂ ਕੁਦਰਤ ਦੇ ਵੱਲੋਂ ਕੁਝ ਖੁਸ਼ ਨਸੀਬ ਰੂਹਾਂ ਦੇ ਹਿੱਸੇ ਕੁਝ ਕਲਾਕਾਰੀਆਂ ਹੁੰਦੀਆਂ ਨੇ ਜਿਹਦੇ ਨਾਲ ਉਹ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਆਪਣਾ ਨਾਮ ਬਣਾ ਜਾਂਦੇ ਨੇ। ਆਪਣੇ ਸੰਘਰਸ਼ ਦੀ ਤਾਂ ਗੱਲ ਕਰਦੇ ਨੇ, ਪਰ ਉਸ ਦੇ ਨਾਲ ਸਮਾਜ ਦੇ ਵਿੱਚ ਜੋ ਲੋਕੀ ਵਿਚਰਦੇ ਨੇ ਉਹਨਾਂ ਦੇ ਹੱਕਾਂ ਦੇ, ਉਹਨਾਂ ਦੇ ਸੰਘਰਸ਼ ਦੀ ਵੀ ਗੱਲ ਕਰਦੇ ਨੇ। ਸੋ ਇਸੇ ਵਿਧਾਵਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਪੇਸ਼ਕਾਰੀ ਕੀਤੀ ਜਾਂਦੀ ਹੈ। ਜੇਕਰ ਸਾਹਿਤ ਜਗਤ ਦੀ ਗੱਲ ਕਰੀਏ ਤਾਂ ਵੱਖ-ਵੱਖ ਵਿਧਾਵਾਂ ਦੇ ਨਾਲ ਹਰ ਇੱਕ ਕਲਾਕਾਰ ਨੇ ਇਹਨਾਂ ਚੀਜ਼ਾਂ ਨੂੰ ਸਮਾਜ ਦੇ ਸਾਹਮਣੇ ਪੇਸ਼ ਕੀਤਾ। ਸੋ ਇਹਨਾਂ ਸਾਹਿਤਕ ਵਿਧਾਵਾਂ ਦੇ ਵਿੱਚੋਂ ਜੇਕਰ ਆਪਾਂ ਕਾਵਿ ਰੂਪਾਂ ਦੀ ਗੱਲ ਕਰੀਏ ਤਾਂ ਉਹ ਤੋਂ ਬਿਨਾਂ ਰੰਗਮੰਚ ਇੱਕ ਅਜਿਹੀ ਤੇਰਾ ਇੱਕ ਅਜਿਹਾ ਨਾਂ ਹੈ ਜਿਸ ਨੇ ਸਮਾਜ ਵਿੱਚ ਜੋ ਕੁਝ ਵਿਚਰ ਰਿਹਾ ਹੁੰਦਾ ਉਸ ਨੂੰ ਬਖੂਬੀ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ਕਾਰੀ ਕੀਤੀ ਹੁੰਦੀ ਹੈ। ਸੋ ਭਾਵੇਂ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਸਲ ਵਿੱਚ ਜ਼ਿੰਦਗੀ ਹੀ ਇੱਕ ਤਰੀਕੇ ਦਾ ਰੰਗਮੰਚ ਹੈ। ਜੋ ਇਸ ਵਿੱਚ ਵਾਪਰਦਾ ਉਸ ਨੂੰ ਆਪਾਂ ਸਟੇਜ ਦੇ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦੇ ਹਾਂ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਉਣੀ ਹੈ ਤਾਂ ਉਹਨਾਂ ਦਾ ਸੰਬੰਧ ਜ਼ਿੰਦਗੀ ਦੇ ਰੰਗਮੰਚ ਨਾਲ ਤਾਂ ਹੈ ਹੀ ਹੈ, ਪਰ ਕਲਾਕਾਰੀਆਂ ਦੇ ਨਾਲ ਵੀ ਉਹਨਾਂ ਦਾ ਸੰਬੰਧ ਰੰਗਮੰਚ ਦੇ ਨਾਲ ਹੈ। ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਲਾ ਖੇਤਰ ਦੇ ਵਿੱਚ ਵੱਖ-ਵੱਖ ਵਿਧਾਵਾਂ ਵਿੱਚ ਭੂਮਿਕਾ ਨਿਭਾਈ। ਬਦਲਦੇ ਦੌਰ ਦੇ ਨਾਲ ਉਹਨਾਂ ਨੇ ਆਪਣੀਆਂ ਕਲਾਵਾਂ ਦੇ ਰੂਪ ਨੂੰ ਵੀ ਬਦਲਿਆ। ਸੋ ਮੈਂ ਗੱਲ ਕਰ ਰਿਹਾ ਜੀ ਡਾਕਟਰ ਸਾਹਿਬ ਸਿੰਘ ਜੀ, ਉਹਨਾਂ ਦੀ ਜੋ ਲੰਮੇ ਅਰਸੇ ਤੋਂ ਥੀਏਟਰ ਵੀ ਕਰ ਰਹੇ ਨੇ ਅਤੇ ਉਸ ਦੇ ਨਾਲ ਹੁਣ ਡਿਜੀਟਲ ਦੌਰ ਦੇ ਵਿੱਚ ਉਹਨਾਂ ਦੇ ਵੱਲੋਂ ਰਚੀਆਂ ਕਹਾਣੀਆਂ ਨੂੰ ਉਹਨਾਂ ਨੇ ਕਹਿ ਦਈਏ ਫਿਲਮਾਂ ਦੇ ਰੂਪ ਵਿੱਚ ਵੀ ਪੇਸ਼ਕਾਰੀ ਕੀਤੀ ਹੈ। ਸੋ ਸਵਾਗਤ ਕਰ ਲੈਣ ਉਹਦਾ ਪ੍ਰੋਗਰਾਮ ਸਫ਼ਰੇ ਜ਼ਿੰਦਗੀ ਦੇ ਵਿੱਚ। ਡਾਕਟਰ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਫ਼ਰੇ ਜ਼ਿੰਦਗੀ ਵਿੱਚ। ਮਿਹਰਬਾਨੀ। ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਵਕਤ ਦਿੱਤਾ ਜਿਹਦੇ ਵਿੱਚ ਸਾਹਿਤ ਸੰਗ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਜਿਹੜੀਆਂ ਰਚਨਾਵਾਂ ਆ ਉਹਦੇ ਬਾਰੇ ਗੱਲਬਾਤ ਕੀਤੀ ਹੈ, ਅਤੇ ਅੱਜ ਮੁੜ ਤੋਂ ਮੌਕਾ ਮਿਲਿਆ ਕਿ ਤੁਹਾਡੀ ਜ਼ਿੰਦਗੀ ਦੇ ਬਾਰੇ ਵੀ ਥੋੜ੍ਹਾ ਬਹੁਤਾ ਅਸੀਂ ਦਰਸ਼ਕਾਂ ਨਾਲ ਸਾਂਝ ਪਾਈਏ, ਕਿਉਂਕਿ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਉਹ ਕਾਫੀ ਲੰਮਾ ਹੁੰਦਾ। ਤਾਂ ਕੋਸ਼ਿਸ਼ ਤਾਂ ਹੁੰਦੀ ਹੈ ਵੀ ਆਪਾਂ ਥੋੜ੍ਹੇ ਸਮੇਂ ਦੇ ਵਿੱਚ ਉਸ ਉੱਤੇ ਕਹਿ ਦਈਏ ਪੰਛੀ ਝਾਤ ਮਾਰ ਲਈਏ,
ਤੇ ਪਰ ਜੇਕਰ ਤੁਹਾਡੇ ਨਾਲ ਗੱਲ ਕਰੀਏ ਤਾਂ ਰੰਗਮੰਚ ਦੇ ਨਾਲ ਤੁਹਾਡਾ ਵਾਹ ਵਾਸਤਾ ਕਦੀ ਲੰਮੇ ਅਰਸੇ ਤੋਂ ਆ, ਪਰ ਰੰਗਮੰਚ ਦੇ ਨਾਲ ਜੇਕਰ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰੀਏ, ਇੱਕ ਸਫ਼ਰ ਤਾਂ ਤੁਹਾਡਾ ਰੰਗਮੰਚ ਦਾ ਤੇ ਦੂਜਾ ਸਫ਼ਰ ਹੈਗਾ ਜ਼ਿੰਦਗੀ ਦਾ ਸਫ਼ਰ। ਤਾਂ ਜ਼ਿੰਦਗੀ ਦੇ ਸਫ਼ਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਰੰਗਮੰਚ ਨਾਲੋਂ ਕਿੰਨਾ ਕੁ ਵੱਖਰਾ ਲੱਗਦਾ ਤੁਹਾਨੂੰ? ਦੇਖੋ ਵੈਸੇ ਤਾਂ ਜ਼ਿੰਦਗੀ ਦੇ ਦੋ ਰੰਗ ਹੁੰਦੇ, ਇੱਕ ਹੁੰਦਾ ਕਿ ਜੋ ਤੁਹਾਨੂੰ ਪ੍ਰਾਪਤ ਹੁੰਦਾ, ਜੋ ਜਿੱਥੇ ਤੁਸੀਂ ਜੰਮਦੇ ਪਲਦੇ ਵੱਡੇ ਹੁੰਦੇ ਹੋ ਜੀ, ਉਹ ਇੱਕ ਨਿਰੋਲ ਇੱਕ ਜ਼ਿੰਦਗੀ ਦਾ ਰੰਗ ਹੁੰਦਾ, ਜਿਹਦੇ ਵਿੱਚ ਪਤਾ ਨਹੀਂ ਹੁੰਦਾ ਬਾਅਦ 'ਚ ਉਹਨੇ ਸਾਹਿਤਕ ਰੰਗ 'ਚ ਰੰਗਣਾ ਹੁੰਦਾ ਜਾਂ ਨਹੀਂ, ਜਾਂ ਕਲਾ ਦੇ ਰੰਗ 'ਚ ਰੰਗਣਾ ਹੁੰਦਾ ਜਾਂ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਜਿਵੇਂ ਮੇਰੇ ਜ਼ਿੰਦਗੀ ਵੀ ਕੁਛ ਇਸ ਤਰ੍ਹਾਂ ਦੀ ਹੀ ਰਹੀ ਹੈ ਕਿ ਆਰਟ ਵਰਗੀ ਰਹੀ ਹੈ ਕੁਛ ਜੀ। ਤੇ ਕਿਉਂਕਿ ਜਿਸ ਤਰ੍ਹਾਂ ਦੇ ਮੱਧ ਵਰਗੀ ਪਰਿਵਾਰ ਦੇ ਵਿੱਚ ਮੈਂ ਪੈਦਾ ਹੋਇਆ ਔਰ ਉਹਦੇ ਵਿੱਚ ਅਸੀਂ 6 ਭੈਣ ਭਰਾ ਆ, 3 ਮੇਰੀਆਂ ਭੈਣਾਂ ਆ ਤੇ 2 ਮੇਰੇ ਭਰਾ ਆ, ਤੇ ਮੈਂ ਸਭ ਤੋਂ ਛੋਟਾ ਵਾਂ। ਉਹ ਛੋਟਾ ਹੋਣਾ ਵੀ ਆਪਣੇ ਆਪ 'ਚ ਮਤਲਬ ਇੱਕ ਨਾਟਕੀਪਣ ਹੀ ਕਹਿ ਸਕਦੇ ਆਪਾਂ। ਇਹ ਧਰਾਤਲ ਦੀ ਆਪਾਂ ਸ਼ੁਰੂ ਕਰੀਏ, ਇਹ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਰੰਗਮੰਚ, ਇਹਦਾ ਧਰਾਤਲੀ ਖੇਤਰ ਕਿਹੜਾ ਰਿਹਾ ਤੁਹਾਡਾ? ਪਿੰਡ ਪਿਛੋਕੜ? ਹਾਂ, ਮੇਰਾ ਪਿੰਡ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹਾ ਦੇ ਵਿੱਚ ਹੈ। ਹੁਸ਼ਿਆਰਪੁਰ ਜ਼ਿਲ੍ਹਾ ਦੇ ਵਿੱਚ ਪਿੰਡ ਚੱਕ ਸਿੰਘਾ ਹੈ ਜੀ, ਗੜਸ਼ੰਕਰ ਦੇ ਲਾਗੇ, ਤੇ ਉੱਥੇ ਕਿਸਾਨੀ ਪਰਿਵਾਰ ਸੀ। ਤੇ ਪਰ ਕਿਸਾਨੀ ਪਰਿਵਾਰ ਦੇ ਵਿੱਚ ਥੋੜ੍ਹਾ ਜਿਹਾ ਜਿਵੇਂ ਡਰਾਮੈਟਿਕ ਐਲੀਮੈਂਟ ਸੀ, ਉਹ ਇਹ ਸੀਗਾ ਕਿ ਕਿਸਾਨੀ ਜਿਹੜੀ ਖੇਤੀ ਆ ਉਹ ਮੇਰੇ ਦਾਦਾ ਜੀ ਕਰਦੇ ਸੀ ਤੇ ਮੇਰੀ ਮਾਤਾ ਜੀ ਕਰਦੇ ਸੀ, ਹੈ ਨਾ। ਮੇਰੇ ਪਿਤਾ ਜੀ ਕੋਈ ਅਲੱਗ ਰਾਹ ਜ਼ਿੰਦਗੀ ਦਾ ਉਹਨਾਂ ਨੇ ਅਪਣਾ ਲਿਆ, ਹੈ ਨਾ। ਉਹ ਖੇਤੀ ਨਹੀਂ ਸੀ ਕਰਦੇ, ਉਹ ਜਿਵੇਂ ਹੁੰਦਾ ਕਿ ਘਰ ਤੋਂ ਛੱਡ ਕੇ ਕੁਛ ਹੋਰ ਕਿਸੇ ਪਾਸੇ ਤੁਰ ਗਿਆ ਜਾਂ ਕੁਛ ਕਰ ਲਿਆ ਨਾ ਜੀ। ਤੇ ਉਹਦੇ ਕਰਕੇ ਉਹ ਮਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਕਿ ਮਾਂ ਨੂੰ ਜਿਵੇਂ ਮਿਹਨਤ ਕਰਦਿਆਂ ਦੇਖਿਆ ਸਾਰੀ ਜ਼ਿੰਦਗੀ, ਦਾਦਾ ਜੀ ਦੇ ਨਾਲ ਉਹ ਦੋਨਾਂ ਨੇ ਜਿਵੇਂ ਮਿਲ ਕੇ ਇੱਕ ਮਿਹਨਤ ਕੀਤੀ। ਔਰ ਫਿਰ ਕਿਉਂਕਿ ਸਭ ਤੋਂ ਛੋਟਾ ਸੀ ਤੇ ਸਾਰਿਆਂ ਨੂੰ ਮਿਹਨਤ ਕਰਦਿਆਂ ਦੇਖਿਆ, ਭੈਣਾਂ ਨੂੰ ਵੀ ਮਿਹਨਤ ਕਰਦਿਆਂ ਦੇਖਿਆ, ਭਰਾਵਾਂ ਨੂੰ ਵੀ ਮਿਹਨਤ ਕਰਦਿਆਂ ਦੇਖਿਆ ਕਿ ਇੱਕ ਪਿਤਾ ਦੇ ਸਰਪ੍ਰਸਤੀ ਤੋਂ ਬਿਨਾਂ, ਕਿਉਂਕਿ ਜਿੱਥੇ ਪਿਤਾ ਦੀ ਇੱਕ ਸਰਪ੍ਰਸਤੀ ਹੁੰਦੀ ਉੱਥੇ ਕਈ ਸਾਰੀ ਚੀਜ਼ਾਂ ਤੁਹਾਡੇ ਲਈ ਵੈਸੇ ਸੌਖੀਆਂ ਹੋ ਚੁੱਕੀਆਂ ਹੁੰਦੀਆਂ ਹਨ, ਤੇ ਉਸ ਤੋਂ ਬਿਨਾਂ ਵੀ ਕਿਵੇਂ ਸਾਰੇ ਮਿਹਨਤ ਕਰਦੇ ਆ। ਭੈਣਾਂ ਕਿਵੇਂ ਪੜ੍ਹੀਆਂ ਵੀ ਜਿੰਨਾ ਪੜ੍ਹ ਸਕਦੀਆਂ ਸੀ, ਔਰ ਆਪਣੇ ਜਦੋਂ ਜੀਵਨ ਸਾਥ ਉਹਨਾਂ ਨੇ ਜੋੜੇ, ਉੱਥੇ ਜਾ ਕੇ ਜਿਵੇਂ ਜ਼ਿੰਦਗੀ ਨੂੰ ਕਾਮਯਾਬ ਕੀਤਾ। ਜਿਸ ਵੀ ਪਰਿਵਾਰ 'ਚ ਗਈਆਂ ਉਸ ਪਰਿਵਾਰ ਦੀਆਂ ਬਣੀਆਂ ਬਿਹਤਰ ਢੰਗ ਨਾਲ ਉਹਨਾਂ ਪਰਿਵਾਰਾਂ ਨੂੰ ਅਪਣਾਇਆ ਉਹਨਾਂ ਨੇ, ਅਤੇ ਉਹਨਾਂ ਨੂੰ ਜੀਵਨ ਸਾਥੀ ਵੀ ਉਸ ਤਰ੍ਹਾਂ ਦੇ ਮਿਲੇ ਜਿਨ੍ਹਾਂ ਨੇ ਉਹਨਾਂ ਨੂੰ ਸਹਿਯੋਗ ਕੀਤਾ, ਕੋਆਪਰੇਟ ਕੀਤਾ। ਅੱਜ ਉਹ ਤਿੰਨੋਂ ਹੀ ਭੈਣਾਂ ਮੇਰੀਆਂ ਕੈਨੇਡਾ ਅਮਰੀਕਾ ਦੇ ਵਿੱਚ ਹੱਸੀ ਵਸੀ ਵਸਦੀਆਂ ਮਤਲਬ, ਤੇ ਭਰਾ ਵੀ ਮੇਰੇ ਉਹਨਾਂ ਨੇ ਆਪਣੇ ਲੈਵਲ 'ਤੇ ਮਿਹਨਤ ਕੀਤੀ। ਵੱਡੇ ਭਰਾ ਨੇ ਬਹੁਤ ਜ਼ਿੰਮੇਵਾਰੀ ਸਮਝ ਕੇ ਘਰ ਦੀ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਕੁਰਬਾਨੀ ਵੀ, ਸੈਕਰੀਫਾਈਸ ਵੀ ਕੀਤਾ ਕਿ ਮੇਰੇ ਤੋਂ ਛੋਟੇ ਪੜ੍ਹ ਜਾਣ, ਮੈਂ ਉਹਨਾਂ ਨਾ ਵੀ ਪੜ੍ਹਾਂ ਪਰ ਮੈਂ ਕੰਮ ਕਰਾਂ। ਉਹ ਕੰਮ ਕਰਨ ਲਈ ਬਾਹਰ ਵੀ ਗਏ, ਕੰਮ ਵੀ ਕੀਤਾ, ਪਰਿਵਾਰ ਨੂੰ ਸੈਟਲ ਕੀਤਾ। ਤੇ ਫਿਰ ਮੈਂ ਮਤਲਬ ਇੱਦਾਂ ਦਾ ਸੀਗਾ ਕਿ ਇੱਕ ਛੋਟਾ ਹੋਣ ਦੇ ਨਾਤੇ ਤੁਹਾਨੂੰ ਹੁੰਦਾ ਕਿ ਲਾਡ ਪਿਆਰ ਜਿਵੇਂ ਛੋਟੇ ਨੂੰ ਵੱਧ ਮਿਲਦਾ ਜੀ, ਉਹ ਜਿਵੇਂ ਪਰਿਵਾਰ ਨੂੰ ਹੁੰਦਾ ਕਿ ਇੱਕ ਹੁੰਦਾ ਕਿ ਇਹ ਹੁਣ ਆਖਰੀ ਜੀ ਹੈ, ਮਾਂ ਨੇ ਵੀ ਨੈਚੁਰਲੀ ਸੋਚ ਲਿਆ ਹੋਊਗਾ, ਹੈ ਨਾ। ਉਹ ਜਿੰਨਾ ਬੱਚਾ ਸਾਰੇ ਪਰਿਵਾਰ ਹੁੰਦਾ ਪਿਆਰ ਹੁੰਦਾ ਉਹ ਤੁਹਾਨੂੰ ਮਿਲਦਾ। ਸੋ ਉਹ ਸਾਰੀਆਂ ਚੀਜ਼ਾਂ ਸੀਗੀਆਂ। ਪਰ ਮੈਂ ਹੁਸ਼ਿਆਰ ਸੀ ਕਿਉਂਕਿ ਸਟੱਡੀਜ਼ ਦੇ ਵਿੱਚ, ਤੇ ਉਹ ਸਟੱਡੀਜ਼ ਵਿੱਚ ਹੁਸ਼ਿਆਰ ਹੋਣਾ ਵੀ ਆਪਣੇ ਆਪ 'ਚ ਇੱਕ ਡਰਾਮੈਟਿਕ ਮਤਲਬ ਅੰਸ਼ ਹੁੰਦਾ ਹੈ। ਕਿ ਮੈਂ ਪਹਿਲਾਂ ਵੀ ਸ਼ਾਇਦ ਕੁਛ ਇੰਟਰਵਿਊਜ਼ ਦੇ ਵਿੱਚ ਕਹਿ ਚੁੱਕਾ ਕਿ ਬਹੁਤ ਜਦੋਂ ਮੈਂ ਮਤਲਬ ਪ੍ਰਾਇਮਰੀ ਸਕੂਲ 'ਚ ਗਿਆ ਮੇਰੀ ਐਂਟਰੀ ਡਰਾਮੈਟਿਕ ਸੀ ਕਿ ਪਹਿਲੇ ਦਿਨ ਹੀ ਜਾਂਦੇ ਆ ਮਤਲਬ ਉਹਨਾਂ ਨੇ ਸੋਚਿਆ ਵੀ ਤੁਹਾਨੂੰ ਕੀ ਆਉਂਦਾ, ਮੈਂ ਊੜਾ ਐੜਾ ਸੁਣਾਤਾ, ਤੁਹਾਨੂੰ ਮੈਥਮੈਟਿਕਸ ਦਾ ਕੀ ਆਉਂਦਾ, ਮੈਂ ਗਿਣਤੀ ਸੁਣਾਤੀ। ਉਹਨਾਂ ਨੇ ਕਿਹਾ ਵੀ ਤੂੰ ਕੱਚੀ ਪਹਿਲੀ ਤਾਂ ਪਾਸ ਕਰ ਚੁੱਕਾ ਆਲਰੇਡੀ। ਤੇ ਉਹ ਜਿਹੜਾ ਮੈਂ ਕਲਾ ਵਾਲੇ ਪਾਸੇ ਗਿਆ ਉਹ ਵੀ ਸ਼ਾਇਦ ਇਸੇ ਕਰਕੇ ਗਿਆ ਕਿ ਇੱਕ ਮਾਂ ਨੇ ਵਿਸ਼ਵਾਸ ਭਰ ਦਿੱਤਾ ਸੀ ਅੰਦਰ, ਹੈ ਨਾ, ਕਿ ਤੁਸੀਂ ਕੁਛ ਹੈਗੇ ਹੋ, ਤੁਸੀਂ ਕੁਛ ਬਣਨਾ ਹੈ। ਜੇ ਜ਼ਿੰਦਗੀ 'ਚ ਕੋਈ ਤੁਹਾਡੇ ਕਮੀ ਹੈਗੀ ਉਸ ਨੂੰ ਕਮੀ ਸਮਝ ਕੇ ਨਹੀਂ ਚੱਲਣਾ ਤੁਸੀਂ, ਹੈ ਨਾ। ਜੋ ਹੈਗਾ ਹੈ ਉਸ ਨੂੰ ਬਿਹਤਰ ਸਮਝ ਕੇ ਚੱਲਣਾ, ਸਮਝੌਤਾ ਨਹੀਂ ਕਰਨਾ, ਕੋਈ ਕੰਪਰੋਮਾਈਜ਼ ਨਹੀਂ ਕਰਨਾ, ਆਪਣੇ ਪੈਰਾਂ 'ਤੇ ਆਪ ਸੰਘਰਸ਼ ਕਰਨਾ, ਜੋ ਕੁਛ ਕਰਨਾ। ਕਿਤੇ ਵਿਕਣਾ ਨਹੀਂ ਕਿਸੇ ਦੇ ਸਾਹਮਣੇ, ਕਿਸੇ ਦੀ ਪੌੜੀਆਂ ਦਾ ਸਹਾਰਾ ਲੈ ਕੇ ਨਹੀਂ ਅੱਗੇ ਵਧਣਾ, ਖੁਦ ਵਧਣਾ। ਜਿੰਨੀ ਮਿਹਨਤ ਕਰ ਸਕਦੇ ਹੋ ਤੁਸੀਂ ਖੁਦ ਕਰਨੀ ਹੈ। ਤੇ ਅਸੀਂ ਸਾਰੇ ਹੀ 6 ਜੀਆਂ ਨੇ ਖੁਦ ਮਿਹਨਤ ਕੀਤੀ ਅਸੀਂ। ਔਰ ਮੈਨੂੰ ਮੇਰੇ ਦੋਸਤ ਹੁਣ ਵੀ ਕਹਿੰਦੇ ਹੁੰਦੇ ਕਿ ਯਾਰ ਤੇਰੇ 'ਚ ਬਹੁਤ ਸਬਰ ਹੈ, ਕਿ ਮਤਲਬ ਕਈ ਵਾਰ ਹੁੰਦਾ ਨਾ ਕੋਈ ਅਯਾਸ਼ੀ ਭਰੀ ਜ਼ਿੰਦਗੀ ਕਿ ਹੁਣ ਮੈਂ ਆਹ ਗੱਡੀ ਲੈ ਲਈ, ਹੁਣ ਮੈਨੂੰ ਉਹ ਬੜੀ ਗੱਡੀ ਦਾ ਸੁਪਨਾ ਹੈ। ਮੇਰਾ ਇੱਦਾਂ ਦਾ ਕੋਈ ਸੁਪਨਾ ਨਹੀਂ ਹੈ ਨਾ। ਮੇਰਾ ਸੁਪਨਾ ਹੈਗਾ ਕਿ ਜਿਹੜੀ ਮੇਰੇ ਕੋਲ ਕਲਾ ਆ ਮੈਂ ਉਹਨੂੰ ਅੱਗੇ ਕਿੱਦਾਂ ਵਧਾ ਸਕਦਾ, ਮੈਂ ਉਹਦੇ 'ਚ ਹੋਰ ਵੱਡਾ ਕੰਮ ਕਿੱਦਾਂ ਕਰ ਸਕਦਾ, ਜਾਂ ਮੈਂ ਆਪਣੇ ਲੋਕਾਂ ਲਈ ਹੋਰ ਕੀ ਕਰ ਸਕਦਾ ਕਿ ਮੇਰਾ ਜਿਹੜਾ
ਕਰਜ਼ਾ ਹੁੰਦਾ ਇੱਕ ਲੋਕਾਂ ਦਾ, ਇੱਕ ਸਮਾਜ ਦਾ ਤੁਹਾਡੇ ਤੇ, ਉਹ ਉਤਰ ਸਕੇ ਜਿੰਨਾ ਕੁ ਆਪਣੀ ਜ਼ਿੰਦਗੀ 'ਚ ਉਤਾਰ ਸਕਾਂ। ਮਤਲਬ ਇਸ ਤਰ੍ਹਾਂ ਦੀਆਂ ਹੈ। ਉਹ ਮੈਨੂੰ ਕਈ ਵਾਰੀ ਕਹਿੰਦੇ ਯਾਰ ਤੂੰ ਫਕੀਰ ਹੈ ਨਾ, ਤੇ ਸਾਡਾ ਲੱਗਦਾ ਹੁੰਦਾ ਹੁਣ ਆਹ ਗੱਡੀ ਲੈ ਲਈ, ਹੁਣ ਉਹ ਲਈਏ, ਹੁਣ ਆਹ ਲਈਏ, ਜਾਂ ਇਦਾਂ ਦਾ ਕੁਝ ਕਰੀਏ। ਉਹ ਮਾਂ ਨੇ ਕਿਤੇ ਸਬਰ ਭਰਤਾ ਵੀ ਜ਼ਿੰਦਗੀ ਦਾ ਮਕਸਦ ਤੁਹਾਡਾ ਕੁਝ ਹੋਰ ਹੈ ਨਾ, ਤੁਸੀਂ ਉਹ ਨਿਭਾਓ। ਕੋਈ ਯਾਦਗਾਰੀ ਪਲ ਹੁੰਦੇ ਨੇ ਜ਼ਿੰਦਗੀ ਜਿੱਥੋਂ ਤੁਹਾਨੂੰ ਸਬਕ ਮਿਲਦਾ ਆ ਤੇ ਅੱਗੇ ਵਧਣ ਲਈ ਹੋਰ ਲਾਲਸਾ ਹੁੰਦੀ, ਭਾਵੇਂ ਸਕੂਲ ਦੀਆਂ ਗੱਲਾਂ ਹੋਣ। ਜਿਵੇਂ ਤੁਹਾਡੀ ਮੈਂ ਗੱਲਬਾਤ ਸੁਣ ਰਿਹਾ ਸੀ, ਤੁਸੀਂ ਦੱਸਿਆ ਵੀ ਸਕੂਲ ਦੇ ਵਿੱਚ ਤੁਸੀਂ ਪਹਿਲੀ ਵਾਰ ਗਏ ਹੋ ਤਾਂ ਪਹਿਲੇ ਦਿਨੇ ਤੁਸੀਂ ਜ਼ਿਕਰ ਕਰ ਰਹੇ ਸੀ ਮੋਨੀਟਰ ਤੁਹਾਨੂੰ ਬਣਾ ਦਿੱਤਾ ਗਿਆ, ਤਾਂ ਉਹ ਕਿੰਨਾ ਆਪਾਂ ਨੂੰ ਇੱਕ ਚੀਜ਼ ਪ੍ਰੇਰਦੀ ਆ, ਹਨਾ। ਇਹ ਤੋਂ ਬਿਨਾਂ ਹੋਰ ਵੀ ਕਿੰਨੀਆਂ ਗੱਲਾਂ ਹੁੰਦੀਆਂ ਨੇ। ਹਾਂ, ਬੜਾ ਕੁਛ ਹੈ। ਜਿਵੇਂ ਸਾਡੇ ਜਦੋਂ ਮੈਂ ਹਾਈ ਸਕੂਲ 'ਚ ਸੀ ਉਦੋਂ ਸਾਇੰਸ ਫੇਅਰ ਲੱਗਦਾ ਹੁੰਦਾ ਸੀ ਉਦੋਂ, ਹੁਣ ਸ਼ਾਇਦ ਨਹੀਂ ਲੱਗਦੇ। ਤੇ ਉਦੋਂ ਹੁਸ਼ਿਆਰਪੁਰ ਸਾਇੰਸ ਫੇਅਰ ਲੱਗਾ, ਉਹਦੇ ਵਿੱਚ ਟੀਚਰ ਨੇ ਵੈਸੇ ਹੀ ਮੈਨੂੰ ਨਾਲ ਲੈ ਲਿਆ ਕਿ ਇੱਕ ਇੰਟੈਲੀਜੈਂਟ ਸਟੂਡੈਂਟ ਹੈ, ਚਲੋ ਇਹਨੂੰ ਵੀ ਨਾਲ ਲੈ ਜਾਓ। ਕਿਉਂਕਿ ਉੱਥੇ ਜਾਂਦੇ ਸਟੂਡੈਂਟ ਉਹ ਸੀ ਜਿਹੜੇ ਕੁਛ ਨਾ ਕ੍ਰੀਏਟ ਕਰਦੇ ਸੀ, ਕੁਛ ਸਾਇੰਸ ਨੂੰ ਲੈ ਕੇ ਕੁਛ ਚੀਜ਼ਾਂ ਕ੍ਰੀਏਟ ਕਰਦੇ ਸੀ। ਕੋਈ ਟੁੱਲੂ ਪੰਪ ਛੋਟਾ ਲੈ ਕੇ ਕੁਛ ਇਸ ਤਰ੍ਹਾਂ ਬਣਾਉਂਦਾ ਸੀ ਜਿਹਦੇ ਨਾਲ ਪਾਣੀ ਨਿਕਲੇਗਾ, ਕੋਈ ਹੋਰ ਚੀਜ਼ਾਂ। ਮੈਨੂੰ ਕਹਿੰਦੇ ਵੀ ਤੂੰ ਵੀ ਇਹਨਾਂ ਨਾਲ ਚੱਲ ਜਾ ਕੁਛ। ਮੈਂ ਉੱਥੇ ਚਲੇ ਗਿਆ ਤੇ ਮੈਂ ਉਸ ਤਰ੍ਹਾਂ ਦਾ ਕੁਛ ਨਹੀਂ ਸੀ ਕੀਤਾ। ਲੋਕੀ ਐਗਜ਼ੀਬਿਸ਼ਨ ਦੇਖਣ ਆਉਂਦੇ ਸੀ, ਕਿਸੇ ਨੇ ਕੁਛ ਬਣਾਇਆ, ਕਿਸੇ ਨੇ ਕੁਛ ਬਣਾਇਆ। ਪਰ ਉੱਥੇ ਪਤਾ ਲੱਗਾ ਕਿ ਉੱਥੇ ਨਾਲ ਦੀ ਨਾਲ ਉਹਨਾਂ ਨੇ ਕਲਚਰਲ ਵੀ ਕੁਛ ਰੱਖਿਆ ਹੋਇਆ ਸੀ ਕੰਪੀਟੀਸ਼ਨ, ਜਿਹਦੇ ਵਿੱਚ ਡੇਲੀ ਕੋਈ ਭਾਸ਼ਣ ਪ੍ਰਤੀਯੋਗਤਾ, ਕੋਈ ਕਵਿਤਾ ਦੀ ਪ੍ਰਤੀਯੋਗਤਾ, ਕੋਈ ਐਕਸਟੈਂਪੋਰ 1 ਮਿੰਟ ਦੀ ਗੱਲਬਾਤ ਕਰਨੀ, ਇਸ ਤਰ੍ਹਾਂ ਦੀ ਕੋਈ 4-5 ਚੀਜ਼ਾਂ ਸੀ ਰੱਖੀਆਂ ਹੋਈਆਂ ਉਹਨਾਂ ਨੇ, ਹਾਂ। ਤੇ ਉਹ ਮੈਂ ਫਿਰ ਅਧਿਆਪਕ ਨੂੰ ਕਿਹਾ ਕਿ ਮੈਂ ਤਾਂ ਵਿਹਲਾ ਹੀ ਹਾਂ ਇੱਥੇ, ਮਤਲਬ ਮੈਨੂੰ ਤੁਸੀਂ ਲੈ ਤਾਂ ਆਏ ਨਾਲ। ਕਹਿੰਦੇ ਅਸੀਂ ਤੈਨੂੰ ਇਸ ਕਰਕੇ ਲੈ ਕੇ ਆਏ ਸੀ ਕਿ ਤੂੰ ਚੀਜ਼ਾਂ ਨੂੰ ਜੱਜ ਕਰ ਸਾਰੀਆਂ ਨੂੰ ਕਿ ਕੀ ਹੈ ਚੀਜ਼ਾਂ, ਹੈ ਨਾ, ਤੇ ਓਬਜ਼ਰਵ ਕਰ ਤੂੰ ਉਸ ਨਾਲ, ਫਿਰ ਸਕੂਲ 'ਚ ਜਾ ਕੇ ਤੂੰ ਦੱਸਣਾ ਹੈ ਬਾਕੀਆਂ ਨੂੰ, ਪਰ ਤੂੰ ਪਾਰਟੀਸਪੇਟ ਕਰਨਾ ਚਾਹੁੰਦਾ, ਯੂ ਕੈਨ ਡੂ ਇਟ। ਤੇ ਮੈਂ ਫਿਰ ਉਹ ਤਿਆਰੀ ਕਰਕੇ ਮੈਂ ਉੱਥੇ ਤਿਆਰੀ ਕੀਤੀ, ਪਾਰਟੀਸਪੇਟ ਕੀਤਾ, ਕਵਿਤਾ ਵੀ ਤਿਆਰ ਕੀਤੀ, ਹੋਰ ਵੀ। ਪਰ ਕੁਛ ਇਸ ਤਰ੍ਹਾਂ ਦਾ ਵਾਪਰਿਆ ਕਿ ਮੈਂ ਜਿਸ ਵੀ ਉਸ ਇਵੈਂਟ ਦੇ ਵਿੱਚ ਗਿਆ ਉੱਥੇ ਹੀ ਫਸਟ ਪ੍ਰਾਈਜ਼ ਆ ਗਿਆ, ਉੱਥੇ ਹੀ ਫਸਟ ਪ੍ਰਾਈਜ਼ ਆ ਗਿਆ। ਇੱਕ ਅੱਧੇ 'ਚ ਸੈਕੰਡ ਪ੍ਰਾਈਜ਼ ਆਇਆ, ਨਹੀਂ ਤਾਂ ਫਸਟ ਹੀ ਆਇਆ। ਤੇ ਜਦੋਂ ਅਸੀਂ ਵਾਪਸ ਬੱਸ ਵਿੱਚ ਬੈਠ ਕੇ ਹੁਸ਼ਿਆਰਪੁਰ ਤੋਂ ਸਕੂਲ ਨੂੰ ਆ ਰਹੇ ਸੀ ਤੇ 4-5 ਟਰੋਫੀਜ਼ ਮੇਰੇ ਗੋਦੀ 'ਚ ਸੀਗੀਆਂ। ਉਹ ਫਿਰ ਲੈ ਕੇ ਆਏ। ਉਹ ਵੀ ਬੜੀ ਡਰਾਮੈਟਿਕ ਗੱਲ ਸੀ, ਗਲਤੀ ਤਾਂ ਕੁਛ ਨਹੀਂ ਸੀ ਸ਼ਾਇਦ, ਡਰਾਮੈਟਿਕ ਹੀ ਸੀ ਕਿ ਜਦੋਂ ਅਗਲੇ ਦਿਨ ਸਕੂਲ ਦੇ ਵਿੱਚ ਗਏ, ਮਾਰਨਿੰਗ ਜਦੋਂ ਪ੍ਰੇਅਰ ਹੋਈ ਤੇ ਹੈਡਮਾਸਟਰ ਸਾਹਿਬ ਨੇ ਬਕਾਇਦਾ ਸਾਰੀ ਪ੍ਰੇਅਰ ਦੇ ਵਿੱਚ ਲੋਕ ਜਿਵੇਂ ਬੱਚਿਆਂ ਨੂੰ ਉਦੋਂ ਬਿਠਾਉਂਦੇ ਹੁੰਦੇ ਸੀਗੇ ਕਿ 6ਵੀਂ ਤੋਂ 10ਵੀਂ ਤੱਕ ਦਾ ਸਕੂਲ ਸੀ, ਸਾਰੀਆਂ 5 ਕਲਾਸਾਂ ਬਿਠਾ ਕੇ ਸਵੇਰੇ ਵੇਲੇ ਮਾਰਨਿੰਗ ਪ੍ਰੇਅਰ ਹੁੰਦੀ ਸੀ। ਤੇ ਸ਼ਾਇਦ ਦੇਸ਼ ਸੇਵਾ ਵਰਮੋਹੇ ਦਾ ਹੁੰਦਾ ਸੀ ਕੁਛ। ਤੇ ਉਹ ਕਰਕੇ ਤੇ ਮੈਨੂੰ ਐਂਡ ਦੇ ਵਿੱਚ ਨਾ ਖੜਾ ਕਰ ਲਿਆ ਉਹਨਾਂ ਨੇ ਸਾਰੇ ਸਕੂਲ ਦੇ ਸਾਹਮਣੇ ਤੇ ਕਹਿੰਦੇ ਵੀ ਤਾੜੀਆਂ ਮਾਰ ਕੇ ਸਵਾਗਤ ਕਰੋ ਵੀ ਇੰਨੀਆਂ ਸਾਰੀਆਂ ਟਰੋਫੀ ਜਿੱਤ ਕੇ ਲਿਆਏ। ਤੇ ਨਾਲ ਉਹਨਾਂ ਨੇ ਹੈਡਮਾਸਟਰ ਸਾਹਿਬ ਮੈਨੂੰ ਕਹਿੰਦੇ ਵੀ ਸਾਹਿਬ ਸਿੰਘ ਤੁਹਾਨੂੰ ਅਸੀਂ ਕਹਿੰਦੇ ਤੁਸੀਂ ਅਨਾਉਂਸ ਕਰੋ ਕਿ ਇਸ ਖੁਸ਼ੀ ਦੇ ਵਿੱਚ ਸਕੂਲ 'ਚ ਕਿੰਨੀਆਂ ਛੁੱਟੀਆਂ ਹੋਣੀਆਂ ਚਾਹੀਦੀਆਂ, ਵੀ ਛੁੱਟੀਆਂ ਤੁਸੀਂ ਅਨਾਉਂਸ ਕਰੋ। ਮੈਂ ਤੇ ਘਬਰਾ ਗਿਆ ਬਹੁਤ ਜ਼ਿਆਦਾ ਕਿ ਮਤਲਬ ਮੈਂ ਕੌਣ ਹੈ ਹੈਡਮਾਸਟਰ ਸਾਹਿਬ ਦੇ ਨਾਲ ਖੜ ਕੇ ਤੇ ਮੈਂ ਛੁੱਟੀਆਂ ਅਨਾਉਂਸ ਕਰਾਂ। ਤੇ ਮੈਂ ਡਰਦੇ ਨੇ ਇੱਕ ਛੁੱਟੀ, ਮੈਂ ਕਹਿੰਦਾ ਵੀ ਇੱਕ ਛੁੱਟੀ ਹੈ ਨਾ ਕਰ ਗਿਆ। ਤੇ ਉਹ ਮੈਨੂੰ ਬਹੁਤ ਝਿੜਕਾਂ ਪਈਆਂ ਇਸ ਗੱਲ ਤੋਂ, ਟੀਚਰਸ ਤੋਂ, ਜਿੰਨੇ ਟੀਚਰਸ ਪਿੱਛੇ ਖੜੇ ਸੀ ਨਾ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਤੈਨੂੰ ਮੌਕਾ ਮਿਲਿਆ ਸੀ, ਤੂੰ 5-6 ਛੁੱਟੀਆਂ ਤਾਂ ਡਿਕਲੇਅਰ ਕਰ ਦਿੱਤਾ ਘੱਟੋ ਘੱਟ, ਤੂੰ ਇੱਕੋ ਛੁੱਟੀ ਡਿਕਲੇਅਰ ਕੀਤੀ। ਮੈਂ ਤਾਂ ਇੱਕ ਛੁੱਟੀ ਡਿਕਲੇਅਰ ਕਰਦੇ ਵੀ ਡਰਦਾ ਸੀ ਕਿ ਮਤਲਬ ਹੁੰਦਾ ਨਾ ਕਿ ਪਿੰਡਾਂ ਦੇ ਰਹਿਣ ਵਾਲੇ ਬੱਚੇ ਅਸੀਂ ਸੀਗੇ, ਜਿੰਨਾ ਮਰਜ਼ੀ ਹੁਸ਼ਿਆਰ ਜਾਂ ਕੁਛ ਹੋਈਏ ਜਾਂ ਕਿੱਦਾਂ, ਫਿਰ ਉਹ ਫਿਰ ਵੀ ਕਿਤੇ ਨਾ ਕਿਤੇ ਝਿਜਕ ਹੁੰਦੀ ਹੈ ਕਿ ਤੁਸੀਂ ਓਵਰ ਸਮਾਰਟ ਨਹੀਂ ਬਣਨ ਦੀ ਕੋਸ਼ਿਸ਼ ਕਰਦੇ ਜਾਂ ਕੁਛ, ਜੋ ਤੁਹਾਨੂੰ ਮਿਲ ਗਿਆ ਤੁਸੀਂ ਉਸ ਰੁਤਬੇ ਨੂੰ ਇੱਕਦਮ। ਤੇ ਬਾਅਦ 'ਚ ਮੈਨੂੰ ਲੱਗਾ ਕਿ ਯਾਰ ਉਹ ਜਿਹੜਾ ਸਾਹਿਬ ਵਾਲਾ ਰੁਤਬਾ ਮਤਲਬ ਹੈਡਮਾਸਟਰ ਸਾਹਿਬ ਨੇ ਦਿੱਤਾ ਸੀ, ਕਿਉਂਕਿ ਮੇਰਾ ਨਾਮ ਸਾਹਿਬ ਨਹੀਂ ਸੀਗਾ, ਮੇਰਾ ਨਾਮ ਸਾਹਿਬ ਸੀ। ਠੀਕ ਹੈ, ਮਤਲਬ ਮਦਰ ਨੇ ਜਿਹੜਾ ਨਾਮ ਰੱਖਿਆ ਸੀ ਉਹ ਸਾਹਿਬ ਸੀ। ਤਾਂ ਉਹ ਸਕੂਲ ਵਾਲਿਆਂ ਤੋਂ ਪ੍ਰੋਨਾਂਸੀਏਟ ਨਹੀਂ ਸੀ ਹੁੰਦਾ ਠੀਕ ਢੰਗ ਨਾਲ, ਕਿਸੇ ਨੇ ਸਾਹਿਬ ਬੋਲ ਦੇਣਾ, ਕਿਸੇ ਨੇ ਕੁਛ ਬੋਲ ਦੇਣਾ। ਉਹ ਸਾਹਿਬ ਸੀ, ਹਾਹੇ ਦੀ ਸਾਊਂਡ ਵਿੱਚ ਸੀ ਜਿਹੜੀ ਉਹ ਲੈਂਦੇ ਨਹੀਂ ਸੀ। ਉਹ ਫਿਰ ਇੱਕ ਦਿਨ ਇੱਕ ਟੀਚਰ ਕਹਿੰਦਾ ਕਿ ਨਹੀਂ ਇਹ ਕੰਨਾ ਲਾਓ ਸੱਸੇ ਦੇ ਨਾਲ ਤਾਂ ਗੱਲ ਬਣਨੀ। ਉਹ ਫਿਰ ਸਾਹਿਬ ਤੋਂ ਉਹਨਾਂ ਨੇ ਸਾਹਿਬ ਬਣਾ ਦਿੱਤਾ, ਸਾਹਿਬ ਤੋਂ ਸਿੱਧਾ ਫਿਰ ਸਾਹਿਬ ਹੋ ਗਿਆ। ਉਹ ਮੈਨੂੰ ਲੱਗਦਾ ਸੀ ਵੀ ਜਿੱਦਾਂ ਹੈਡਮਾਸਟਰ ਸਾਹਿਬ ਨੂੰ ਵੀ ਸਾਰੇ ਸਾਹਿਬ ਕਹਿੰਦੇ ਸੀ ਤੇ ਮੈਨੂੰ ਵੀ ਸਾਹਿਬ ਕਹਿੰਦੇ ਸੀ, ਮੇਰਾ ਤਾਂ ਨਾਮ ਰੱਖਤਾ ਸੀਗਾ। ਤਾਂ ਉਹ ਪਰ ਮੈਂ ਇੰਨੀ ਛੇਤੀ ਸਾਹਿਬ ਹੋਣਾ ਨਹੀਂ ਸੀ ਚਾਹੁੰਦਾ ਬਿਨਾਂ ਅਚੀਵਮੈਂਟ ਤੋਂ, ਸ਼ਾਇਦ ਇਸੇ ਕਰਕੇ ਮੈਂ ਇੱਕੋ ਛੁੱਟੀ ਡਿਕਲੇਅਰ ਕੀਤੀ। ਉਹ ਸਾਹਿਬ ਜਿਹੜਾ ਮੈਂ ਇੱਕਦਮ ਫਿਰ ਨਹੀਂ ਯੂਜ਼ ਕੀਤਾ ਨਾ, ਉਹ ਲੱਗਦਾ ਕਿ ਉਸ ਰੁਤਬੇ ਦਾ ਆਨੰਦ ਮੈਂ ਹੌਲੀ ਹੌਲੀ ਕਰਕੇ ਕਣਕਾ ਮੰਨਣਾ ਸੀ। ਗੁਰਸ਼ਰਨ ਭਾਈ ਨਾਲ ਮੈਂ ਐਕਟਿੰਗ ਕਰਦਾ ਹੁੰਦਾ ਸੀ ਤੇ ਉਦੋਂ ਨਾ ਅਸੀਂ 43 ਸੈਕਟਰ ਉਹਨਾਂ ਦੇ ਘਰੇ ਏਦਾਂ ਜਾਂਦੇ ਹੁੰਦੇ ਸ਼ੋਅ ਤੋਂ ਪਹਿਲਾਂ, ਤੇ ਸ਼ੋਅ ਚੱਕਣਾ ਸਮੂਨ ਚੁੱਕਣਾ ਜਾਂ ਕਿੱਦਾਂ, ਤੇ ਅਕਸਰ ਮੇਰੇ ਨਾਲ ਦੇ ਹੁੰਦੇ ਸੀ ਨਾ ਸਮਾਨ ਵਗੈਰਾ ਉਹ ਚੁੱਕ ਲੈਂਦੇ ਸੀ। ਮੈਂ ਵੈਸੇ ਏਦਾਂ ਜਾਂਦਾ ਸੀ ਜਾ ਕੇ ਕਰਕੇ ਤੇ ਮੈਂ ਵੀ ਹਾਂ ਚਲੋ ਜੀ ਚੱਲਦੇ ਆ। ਤੇ ਇੱਕ ਦਿਨ ਕੀ ਹੋਇਆ ਕਿ ਭਾਜੀ ਗੁਰਸ਼ਰਨ ਸਿੰਘ ਘਰੇ ਨਹੀਂ ਸੀਗੇ ਤੇ ਉਹਨਾਂ ਦੀ ਬੇਟੀਆਂ ਸੀਗੀਆਂ ਘਰੇ, 2 ਜਾਂ 1 ਬੇਟੀ ਸੀ। ਉਹ ਜਦੋਂ ਅਸੀਂ ਸਾਰੇ ਚਲੇ ਗਏ ਤੇ ਭਾ ਨੇ ਬਾਅਦ ਚ ਆ ਕੇ ਪੁੱਛਿਆ ਹੋਣਾ ਵੀ ਕੌਣ ਆਏ ਸੀ ਕਲਾਕਾਰ, ਉਹ ਸਮੂਨ ਲੈ ਗਏ ਸਾਰਾ ਜਾਂ ਕਿੱਦਾਂ। ਤੇ ਉਹਨਾਂ ਦੀ ਬੇਟੀ ਨੇ ਕਿਹਾ ਕਿ ਹਾਂ ਤੁਹਾਡੇ 2-3 ਕਲਾਕਾਰ ਸੀ, ਇੱਕ ਸਾਹਿਬ ਸੀ ਵੀ ਉਹ ਖੜਾ ਹੋ ਕੇ ਦੇਖ ਰਿਹਾ ਸੀ ਸਾਰਾ ਕੁਝ ਤੇ ਬਾਕੀ ਸਮਾਨ ਰੱਖ ਰਹੇ ਸੀ। ਸੋ ਉਹ ਸਾਹਿਬ ਕਿਤੇ ਨਾਲ ਚੱਲਦਾ ਸਹੀ ਗੱਲ ਹੈ। ਚਲੋ ਇਹ ਤੁਹਾਡੇ ਮੈਂ ਕਿਹਾ ਆਪਾਂ ਗੱਲ ਜ਼ਿਕਰ ਕੀਤਾ ਸਕੂਲ ਦੇ ਸਫ਼ਰ ਦੀ, ਉਹ ਤੋਂ ਬਾਅਦ ਹੌਲੀ ਕਦੀ ਜਮਾਤਾਂ ਦਾ ਵੀ ਹਨਾ ਪੌੜੀਆਂ ਵੱਧਦੀਆਂ ਜਾਂਦੀਆਂ ਨੇ, ਤੇ ਉਹ ਤੋਂ ਬਾਅਦ ਪਿੰਡ ਦੇ ਸਕੂਲ ਤੋਂ ਲੈ ਕੇ ਰੰਗਮੰਚ ਦੇ ਸਫ਼ਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕਿਵੇਂ ਦਾ ਸੀ?
ਹਾਂ ਰੰਗਮੰਚ ਦਾ ਸਫ਼ਰ ਜਿਹੜਾ ਕਿਉਂਕਿ ਅਸੀਂ ਜ਼ਿਕਰ ਕੀਤਾ ਵੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ, ਫਿਰ ਜਿਵੇਂ ਜ਼ਿਕਰ ਵੀ ਕਿਹੜਾ ਸਬਜੈਕਟ ਚੁਣੀਏ ਇਹ ਵੀ ਔਖਾ ਹੁੰਦਾ, ਪਿੰਡਾਂ 'ਚ ਤਾਂ ਖਾਸ ਕਰਕੇ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਮਾਪਿਆਂ ਨੂੰ ਹੁੰਦਾ ਹੀ ਨਹੀਂ ਵੀ ਕੀ ਰੱਖਣ। ਉਹ ਫਿਰ ਪਿੰਡਾਂ 'ਚ ਹੁੰਦਾ ਵੀ ਜਿਹੜਾ ਮੈਡੀਕਲ ਹੈ ਇਹ ਥੋੜ੍ਹਾ ਜਿਹਾ ਔਖਾ ਹੈ ਪੜ੍ਹੇ ਲਿਖਿਆਂ ਦਾ, ਤੇ ਜਿਹੜਾ ਆਰਟਸ ਹੈ ਇਹ ਜਮਾ ਹੀ ਉਹਨਾਂ ਦਾ ਵਿਚਾਰਲਾ ਜਿਹਾ ਰੱਖ ਲੈਂਦੇ ਆ। ਬਿਲਕੁਲ ਉਹੀ ਨਾ ਕਿ ਜੇ ਤੁਹਾਡੇ ਪੇਰੈਂਟਸ ਪੜ੍ਹੇ ਲਿਖੇ ਹੋਣ ਜਾਂ ਖੁਦ ਨੌਕਰੀਆਂ ਵਗੈਰਾ ਵਿੱਚ ਹੋਣ ਤਾਂ ਜ਼ਿਆਦਾ ਉਹਨੂੰ ਸੋਚੋ। ਹੁਣ ਆਪਣੇ ਤਾਂ ਇਸ ਤਰ੍ਹਾਂ ਦਾ ਹੈ ਨਹੀਂ ਸੀ ਜੀ। ਮੇਰੇ ਮਦਰ ਸੀ ਟੋਟਲੀ ਅਨਪੜ੍ਹ ਸੀ, ਹੈ ਨਾ, ਸਕੂਲ ਨਹੀਂ ਸੀ ਗਏ, ਪਰ ਹਾਲਾਂਕਿ ਗਿਆਨ ਉਹਨਾਂ ਨੂੰ ਬਹੁਤ ਸੀ। ਤੇ ਉਹ ਉਦੋਂ ਫਿਰ ਇੱਧਰੋਂ ਉੱਧਰੋਂ ਸੁਣਦੇ ਵੀ ਹਾਂ ਯਾਰ ਹੁਸ਼ਿਆਰ ਬੱਚਾ ਹੈ, ਇਹਨੂੰ ਜਾਂ ਤਾਂ ਡਾਕਟਰ ਬਣਾ ਦਿਓ ਜਾਂ ਇੰਜੀਨੀਅਰ ਬਣਾ ਦਿਓ। ਤੇ ਮੇਰੇ ਪੇਰੈਂਟਸ ਵੀ ਇੱਦਾਂ ਸੋਚਦੇ ਸੀ ਵੀ ਹੁਸ਼ਿਆਰ ਬੱਚਾ ਹੈ, 100% ਨੰਬਰ ਲੈਂਦਾ, ਇਹਨੂੰ ਲੈ ਜਾਓ। ਪਤਾ ਹੀ ਨਹੀਂ ਸੀ ਉਦੋਂ ਵੀ ਜ਼ਿੰਦਗੀ ਨੇ ਜਾਣਾ ਕਿੱਧਰਲੇ ਪਾਸੇ ਨੂੰ ਹੈ ਜੀ। ਤੇ ਉਹ ਮੈਡੀਕਲ 'ਚ ਉਹਨਾਂ ਨੇ ਮੇਰਾ ਐਡਮਿਸ਼ਨ ਕਰਵਾਤੀ ਕਿ ਤੂੰ ਡਾਕਟਰ ਬਣਨਾ, ਪ੍ਰੀ ਮੈਡੀਕਲ ਲੈ, ਹੈ ਨਾ। ਲੈ ਲਿਆ ਪ੍ਰੀ ਮੈਡੀਕਲ, ਲੈ ਲਿਆ। ਖੁਦ ਨੂੰ ਵੀ ਲੱਗਾ ਵੀ ਡਾਕਟਰ ਬਣਨਾ ਇਜ਼ ਅ ਬਿਗ ਥਿੰਗ। ਪਤਾ ਹੈ ਨਹੀਂ ਹੈ ਨਾ ਵੀ ਤੁਸੀਂ ਤੁਹਾਡਾ ਅੰਦਰ ਤੁਹਾਡੇ ਕੀ ਪਿਆ, ਉਹ ਤਾਂ ਪਤਾ ਹੀ ਨਹੀਂ ਨਾ। ਪਰ ਡਾਕਟਰ ਤਾਂ ਬਣ ਗਏ ਹੁਣ, ਅੱਜ ਡਾਕਟਰ ਨਾਲ ਦੇ ਮਗਰ ਲੱਗਦਾ ਭਾਵੇਂ ਦੂਜੇ ਡਾਕਟਰ ਨਹੀਂ ਹੈਗੇ। ਨਹੀਂ ਉਹ ਮਤਲਬ ਉਹ ਬਣ ਗਿਆ ਕਿਸੇ ਤਰੀਕੇ ਨਾਲ। ਮੈਨੂੰ ਹੁਣ ਵੀ ਮੈਂ ਥੋੜੇ ਦਿਨ ਪਹਿਲਾਂ ਇੱਕ ਸ਼ੂਟਿੰਗ ਤੇ ਸੀ ਤੇ ਉੱਥੇ ਡਾਕਟਰ ਸਵਰਾਜ ਸੰਧੂ ਸੀ, ਉਹ ਮੈਨੂੰ ਗੱਲਾਂ ਕਰਨ ਪਏ। ਕਹਿੰਦੇ ਯਾਰ ਉਹ ਇੰਟੈਲੀਜੈਂਸੀਆ ਲਫ਼ਜ਼ ਯੂਜ਼ ਕਰਦੇ ਸੀ। ਕਹਿੰਦੇ ਜਿੰਨਾ ਤੇਰੇ ਕੋਲ ਇੰਟੈਲੀਜੈਂਸੀਆ ਹੈ ਯਾਰ, ਤੂੰ ਜੇ BA ਆਨਰਸ ਕੀਤੀ ਹੁੰਦੀ, ਤੂੰ ਮਤਲਬ ਇਸ ਪਾਸੇ ਨੂੰ ਜੇ ਤੁਰਿਆ ਹੁੰਦਾ ਵੀ ਤੁਰਨਾ ਤਾਂ ਤੂੰ ਆਰਟ 'ਚ ਹੀ ਸੀਗਾ, ਤਾਂ ਹੁਣ ਤੱਕ ਤੂੰ ਯੂਨੀਵਰਸਿਟੀ 'ਚ ਕਿਸੇ ਵੱਡੇ ਅਹੁਦੇ ਤੇ ਹੋਣਾ ਸੀ। ਤੇ ਮੈਂ ਹੱਸਣ ਲੱਗ ਪਿਆ, ਮੈਂ ਵੱਡੇ ਅਹੁਦੇ ਤੇ ਕਿ ਮੈਂ VC ਹੋਣਾ ਸੀ ਹੁਣ ਤੱਕ। ਪਰ ਫਿਰ ਹੁਣ ਜਿਹੜਾ ਮੈਂ ਸਫ਼ਰ ਆ ਲਿਆ ਹੈ ਨਾ, ਫਿਰ ਇਹ ਸਵਾਦ ਨਹੀਂ ਸੀ ਆਉਣਾ ਜਿੱਥੇ ਤੁਸੀਂ ਇੱਕ ਰੰਗਕਰਮੀ ਬਣ ਕੇ ਵਿਚਰਦੇ ਹੋ। ਤੇ ਖੈਰ ਜੇ ਆਪਾਂ ਉਦੋਂ ਗੱਲ ਕਰੀਏ, ਫਿਰ ਤੁਸੀਂ ਮੈਡੀਕਲ ਉਦੋਂ ਪ੍ਰੀ ਮੈਡੀਕਲ ਰੱਖਿਆ, ਉਹ ਤੋਂ ਬਾਅਦ ਫਿਰ? ਹਾਂ ਫਿਰ ਮੈਂ ਮੈਡੀਕਲ ਦੇ ਵਿੱਚ ਹੀ ਰਿਹਾ ਫਿਰ ਮੈਂ। ਠੀਕ ਹੈ। ਫਿਰ ਮੈਂ ਮੈਡੀਕਲ 'ਚ ਰਿਹਾ, ਪ੍ਰੀ ਮੈਡੀਕਲ ਉਹ ਕੀਤਾ। ਮਤਲਬ ਉਦੋਂ ਦੋ ਹੁੰਦਾ ਸੀ, ਪਹਿਲਾਂ ਪ੍ਰੀ ਯੂਨੀਵਰਸਿਟੀ ਹੁੰਦੀ ਸੀ, ਫਿਰ ਪ੍ਰੀ ਮੈਡੀਕਲ ਕੀਤਾ। 2 ਸਾਲ ਲੱਗਦੇ ਹੁੰਦੇ ਸੀ ਉਦੋਂ। ਉਹ ਕੀਤਾ, ਫਿਰ ਮੈਂ ਐਡਮਿਸ਼ਨ ਲਈ ਤੇ ਮੈਡੀਕਲ ਕਾਲਜ ਦੇ ਵਿੱਚ। ਫਿਰ ਕਹਿੰਦਾ ਡਾਕਟਰੀ ਕੀਤੀ, ਪਾਸ ਕੀਤੀ ਡਾਕਟਰੀ, ਹੈ ਨਾ, ਡਾਕਟਰੀ ਪਾਸ। ਪਰ ਡਾਕਟਰੀ ਜਦੋਂ ਮੈਂ ਕਰ ਰਿਹਾ ਸੀ ਉਦੋਂ ਹੀ ਇੰਟਰਸਟ ਕਿਤੇ ਥੀਏਟਰ ਦੇ ਵਿੱਚ ਬਣ ਗਿਆ। ਸਟੂਡੈਂਟ ਸੀ ਸਾਰੇ ਇਕੱਠੇ ਹੋ ਕੇ, ਤੇ ਸਾਰਿਆਂ ਨੇ ਕਿਹਾ ਵੀ ਆਪਾਂ ਕੁਝ ਕਰਦੇ ਹਾਂ, ਫਿਰ ਯੂਥ ਫੈਸਟੀਵਲ ਆ ਰਿਹਾ, ਆਪਾਂ ਵੀ ਕੁਝ ਕਰਨਾ ਚਾਹੀਦਾ ਸਾਨੂੰ। ਤੇ ਇੱਕ ਮੁੰਡਾ ਸੀ ਸਾਡੇ ਪਟਿਆਲੇ ਤੋਂ ਸੀ, ਪੁਨੀਤ, ਉਹਦੀ ਡੈਥ ਹੋ ਗਈ ਹੁਣ ਜੀ। ਉਹਨੇ ਥੀਏਟਰ ਕਿਤੇ ਪਟਿਆਲੇ, ਉਦੋਂ ਥੀਏਟਰ ਜ਼ਿਆਦਾ ਹੁੰਦਾ ਸੀ, ਉਹਨੇ ਥੀਏਟਰ ਕੀਤਾ ਹੋਇਆ ਸੀ, ਉਹਨੇ 1-2 ਪਲੇ ਕੀਤੇ ਹੁੰਦੇ। ਉਹ ਕਹਿੰਦਾ ਵੀ ਆਪਾਂ ਔਲਖ ਸਾਹਿਬ ਦਾ ਪਲੇ ਅਰਬਿੰਦ ਧੁੰਦੂਕਾਰਾ ਆਪਾਂ ਉਹ ਕਰਦੇ ਹਾਂ। ਉਹ ਕੀਤਾ, ਉਹਦੇ ਵਿੱਚ ਮੈਨੂੰ ਮਜਨੂ ਦਾ ਰੋਲ ਉਹਨਾਂ ਨੇ ਦੇ ਦਿੱਤਾ। ਕਾਫੀ ਇੰਟਰਸਟਿੰਗ ਰੋਲ ਸੀ ਤੇ ਪੋਇਟਰੀ ਵੀ ਸੀ, ਉਹ ਗਾਉਂਦਾ ਵੀ ਹੈ ਵਿੱਚ, ਕਈ ਕੁਛ ਸੀਗਾ। ਉਹ ਜਦੋਂ ਕੀਤਾ ਪਟਿਆਲੇ, ਉਹ ਕੰਪੀਟੀਸ਼ਨ ਹੋਇਆ, ਪੂਰੇ ਨਾਰਥ ਜ਼ੋਨ ਦੇ ਜਿੰਨੇ ਮੈਡੀਕਲ ਕਾਲਜਿਸ ਨੇ ਸਾਰੇ ਉਹਦੇ ਵਿੱਚ ਸੀਗੇ। ਉਹਦੇ ਮੈਨੂੰ ਬੈਸਟ ਐਕਟਰ ਦਾ ਅਵਾਰਡ ਮਿਲ ਗਿਆ ਜਦੋਂ ਉਹ ਕੀਤਾ। ਪਹਿਲਾਂ ਹੀ ਕਹਿੰਦਾ, ਮਤਲਬ ਜਦੋਂ ਉਹਨਾਂ ਜ਼ੋਰ ਦੀ ਸੱਟ ਵੱਜੀ ਤੇ ਉਹ ਮਿਲ ਗਿਆ। ਤੇ ਉੱਥੇ ਹੁਣ ਜਿਹੜੇ ਜੱਜਮੈਂਟ ਤੇ ਬੈਠੇ ਹੁੰਦੇ, ਅੱਜ ਜਿਵੇਂ ਅਸੀਂ ਬੈਠੀ ਦਾ, ਮੈਂ ਜੱਜਮੈਂਟ ਤੇ ਜਾਂਦਾ ਹੈ ਨਾ, ਤੇ ਜਿਹੜੇ ਵੀ ਉੱਥੇ ਨਵੇਂ ਸਟੂਡੈਂਟ ਹੁੰਦੇ ਉਹਨਾਂ ਨੂੰ ਗਾਈਡ ਕਰਕੇ ਆਈਦਾ ਕਿ ਫਲਾਣਾ ਤੇਰੇ ਟੈਲੈਂਟ ਬਹੁਤ ਅੱਛਾ ਹੈ, ਤੂੰ ਇਹਨੂੰ ਇੱਦਾਂ ਰਿਫਾਈਨ ਕਰ ਜਾਂ ਤੂੰ ਸੰਭਾਲ ਕੇ ਰੱਖ ਜੋ ਤੇਰੇ ਕੋਲ ਹੈਗਾ। ਉਹ ਵੀ ਥੀਏਟਰ ਦੇ ਕੁਝ, ਮੈਨੂੰ ਪਤਾ ਨਹੀਂ ਕੌਣ ਸੀਗੇ ਉਹ, ਪਰ ਥੀਏਟਰ ਦੇ ਐਕਸਪਰਟ ਬੈਠੇ ਸੀ ਕੋਈ। ਉਹਨਾਂ ਨੇ ਕਿਹਾ ਵੀ ਕਾਕਾ ਤੇਰੇ ਕੋਲ ਟੈਲੈਂਟ ਹੈ ਤੇ ਤੇਰੀ ਅਦਾਕਾਰੀ 'ਚ ਡਿਫਰੈਂਟ ਇੱਕ ਰਾਸ ਹੈਗਾ, ਤੂੰ ਇਹਨੂੰ ਛੱਡੀ ਨਾ, ਬਾਕੀ ਇਹ ਡਾਕਟਰੀ ਕਰਨੀ ਜੋ ਤੇਰੀ ਮਰਜ਼ੀ ਹੈ, ਪਰ ਇਹ ਨਾ ਛੱਡੀ। ਉਹ ਸ਼ਾਇਦ ਕਿਤੇ ਅੰਦਰ ਕਿਤੇ ਵਸ ਗਈ ਉਹ ਗੱਲ, ਤੇ ਮੁੜ ਕੇ ਆ ਕੇ ਫਿਰ ਮੈਂ ਛੱਡੀ ਨਹੀਂ। ਹੁਣ ਜੇ ਆਪਾਂ ਸਿਲਸਿਲੇ ਦੀ ਗੱਲ ਕਰੀਏ ਤਾਂ ਇਹ ਤਾਂ ਤੁਸੀਂ ਦੱਸਿਆ ਵੀ ਤੁਹਾਨੂੰ ਡਾਇਰੈਕਟ ਕੀਤਾ, ਤੁਸੀਂ ਨਾਟਕ ਖੇਡਦੇ ਰਹੇ, ਚੱਲ ਸੋ ਚੱਲ, ਜਿਵੇਂ ਕਹਿ ਦਈਏ, ਜਿਵੇਂ ਦਿਨ ਲੰਘਦੇ ਜਾਂਦੇ ਆ ਉਵੇਂ ਉਵੇਂ ਤਜਰਬਾ ਵੀ ਹੁੰਦਾ ਜਾਂਦਾ ਤੇ ਜ਼ਿੰਦਗੀ ਦੇ ਵਿੱਚ ਨਵੇਂ ਇਤਫਾਕ ਨਾਲ ਹੋਰ ਬੰਦਾ ਗਰੋਥ ਕਰਦਾ ਜਾਂਦਾ। ਤਾਂ ਤੁਹਾਡੇ ਲਿਖਣ ਦੀ ਜੇਕਰ ਸਫ਼ਰ ਦੀ ਗੱਲ ਕਰੀ, ਜਿਵੇਂ ਤੁਸੀਂ ਹੁੰਦਾ ਵੀ ਨਾਟਕ ਇੱਕ ਤਾਂ ਹੋਰਾਂ ਦਾ ਲਿਖਿਆ ਹੋਇਆ, ਹੈ ਨਾ, ਰੰਗਮੰਚ 'ਤੇ ਪੇਸ਼ਕਾਰੀ ਕਰਨੀ, ਫਿਰ ਇੱਕ ਹੁੰਦਾ ਵੀ ਅਸੀਂ ਖੁਦ ਆਪਣਾ ਵੀ ਲਿਖੀਏ, ਤੇ ਇਹ ਸਫ਼ਰ ਦੀ ਗੱਲ ਜੇ ਆਪਾਂ ਕਰੀਏ ਤਾਂ ਉਹ ਕਦੋਂ ਤੋਂ ਸ਼ੁਰੂ ਹੋ ਜਾਂਦਾ? ਇਹ ਕਾਫੀ ਦੇਰ ਬਾਅਦ, ਪਹਿਲਾਂ ਤਾਂ ਕਿਉਂਕਿ ਮੈਂ ਅਦਾਕਾਰੀ ਹੀ ਕਰਦਾ ਰਿਹਾ, ਫਿਰ ਹੌਲੀ ਹੌਲੀ ਮੈਨੂੰ ਲੱਗਾ ਕੁਛ ਨਾਟਕ ਮੈਂ ਡਾਇਰੈਕਟ ਕੀਤੇ ਇੱਦਾਂ ਐਕਸਰਸਾਈਜ਼ ਟਾਈਪ ਹਨ। ਫਿਰ ਤਾਂ ਭਾਅ ਨਾਲ, ਕਿਉਂਕਿ ਗੱਡੀ 'ਚ ਜਦੋਂ ਜਾਂਦੇ ਸੀ ਲਿਟਰੇਚਰ ਬਹੁਤ ਹੁੰਦਾ ਸੀ ਉਹਦੇ ਵਿੱਚ, ਤਾਂ ਉਹ ਤਰ੍ਹਾਂ ਦਾ ਲਿਟਰੇਚਰ ਪੜ੍ਹਿਆ, ਨਾਵਲ ਪੜ੍ਹੇ, ਸਫ਼ਰਨਾਮੇ ਪੜ੍ਹੇ, ਕਵਿਤਾਵਾਂ, ਕਹਾਣੀਆਂ, ਬਹੁਤ ਕੁਛ ਪੜ੍ਹਿਆ। ਉਹ ਪੜ੍ਹਦੇ ਕਿਤੇ ਮੈਨੂੰ ਲੱਗਾ ਕਿ ਮੈਂ ਲਿਖ ਸਕਦਾ। ਪਰ ਉਸ ਲਿਖਣ ਦੀ ਸ਼ੁਰੂਆਤ ਕਿਤੇ ਮੇਰੀ ਨਾ 9ਵੀਂ 10ਵੀਂ 'ਚ ਹੋ ਗਈ ਸੀ। ਜਦੋਂ 10ਵੀਂ ਕਲਾਸ ਦਾ ਵਿਦਾਇਗੀ ਸਮਾਰੋਹ ਹੋਣਾ ਸੀ ਤਾਂ ਮੇਰੇ ਜਿਹੜੇ ਟੀਚਰ ਸੀ ਸਰਦਾਰ ਨਿਰਮਲ ਸਿੰਘ, ਉਹ ਮੈਨੂੰ ਕਹਿੰਦੇ ਕਿ ਤੂੰ ਇੱਕ ਸਪੀਚ ਦੇਣੀ ਹੈ ਉਹਨਾਂ ਨੂੰ, ਜਿੱਦਾਂ ਜੂਨੀਅਰ ਦਿੰਦੇ ਹੁੰਦੇ ਆ ਵੀ 10ਵੀਂ ਵਾਲਿਆਂ ਨੂੰ ਵਿਦਾ ਕਰ ਰਹੇ, ਤੂੰ ਇੱਕ ਉਹ ਸਪੀਚ ਦੇਣੀ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਲਿਖ ਕੇ ਦੇ ਦਿਓ। ਕਹਿੰਦੇ ਨਹੀਂ, ਮੈਂ ਤੁਹਾਨੂੰ ਗਾਈਡ ਕਰ ਦੂੰਗਾ। ਮੈਂ ਠੀਕ ਹੈ। ਉਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਕੁਛ, ਮੈਂ ਲਿਖ ਲਿਆ, ਮੈਂ ਦਿਖਾਇਆ, ਕਹਿੰਦੇ ਅੱਛਾ ਲਿਖਿਆ। ਮੈਂ ਠੀਕ ਹੈ, ਮੈਂ ਦੇਖਿਆ। ਜਦੋਂ ਫਿਰ ਸਾਲ ਬਾਅਦ ਸਾਡੀ ਵਿਦਾਇਗੀ ਸਮਾਰੋਹ ਆਇਆ, ਮੈਂ ਫੇਰ ਮਾਸਟਰ ਜੀ ਕੋਲ ਗਿਆ। ਮੈਂ ਕਿਹਾ ਸਪੀਚ ਕਹਿੰਦੇ ਤੂੰ ਹੀ ਦੇਣੀ ਹੈ, ਤੇ ਮੈਂ ਕਿਹਾ ਫਿਰ ਗਾਈਡ ਕਰੋ। ਕਹਿੰਦੇ ਹੁਣ ਨਹੀਂ ਮੈਂ ਗਾਈਡ ਕਰਨਾ, ਤਾਂ ਹੁਣ ਲਿਖ। ਮੈਂ 1.5-2 ਪੇਜ ਦੀ ਸਪੀਚ ਫਿਰ ਆਪ ਲਿਖੀ, ਫਿਰ ਮੈਂ ਦਿਖਾਈ। ਕਹਿੰਦੇ ਬਹੁਤ ਅੱਛੀ, ਮੈਂ ਤਾਂ ਹੀ ਤੈਨੂੰ ਕਿਹਾ ਸੀ ਤੈਨੂੰ ਗਾਈਡ ਨਹੀਂ ਕਰਨਾ, ਹੁਣ ਤੇਰੇ ਸ਼ਬਦ ਆਪਣੇ ਨਿਕਲੇ ਔਰ ਬਹੁਤ ਖੂਬਸੂਰਤ ਸ਼ਬਦਾਵਲੀ ਹੈ ਤੇਰੇ ਕੋਲ, ਤੂੰ ਇਹਨੂੰ ਬਰਕਰਾਰ ਰੱਖੀ।
ਉਹ ਕਿਤੇ ਸੀਗੀ ਮੇਰੇ ਅੰਦਰ ਕਿਤੇ ਨਾ ਕਿਤੇ ਫੁੱਟਦੀ। ਤੇ ਮੈਂ ਕਿਤੇ ਨਾ ਕਿਤੇ ਕਵਿਤਾ ਲਿਖਦਾ ਹੁੰਦਾ ਸੀ। ਮੈਨੂੰ ਕੋਈ ਅਹਿਸਾਸ ਹੋਣਾ, ਕਿਤੇ ਮੀਂਹ ਪੈ ਗਿਆ ਕੁਛ, ਮੈਂ ਝੁੱਗੀ ਝੌਂਪੜੀ ਕੋਈ ਢਹਿੰਦੀ ਦੇਖ ਲੈਣੀ ਤੇ ਮੈਂ ਉਹਦੇ ਤੇ ਕਵਿਤਾ ਲਿਖ ਦੇਣੀ। ਮਤਲਬ ਮੈਂ ਦੂਜੀ ਤਰ੍ਹਾਂ ਦੀ ਕਵਿਤਾ ਨਾ ਲਿਖਣੀ ਵੀ ਬਾਰਿਸ਼ ਪੈ ਰਹੀ ਹੈ, ਬੜੀ ਰੋਮਾਂਟਿਕ ਹੋ ਹਾਂ। 2 ਆਇਆ ਮੈਂ ਰੋਮਾਂਟਿਕ ਪਰਸਨ, ਪਰ ਮੈਂ ਉਦਾਂ ਨਹੀਂ ਸੀ ਲਿਖਦਾ, ਮੈਂ ਇਦਾਂ ਦੀ ਚੀਜ਼ਾਂ ਲਿਖਦਾ ਸੀਗਾ। ਉਹ ਪਰ ਇੱਦਾਂ ਰਹਿੰਦੀ ਨਹੀਂ ਕੋਈ ਬਹੁਤ ਜ਼ਿਆਦਾ। ਮੈਂ ਵੀ ਉਹਨਾਂ ਨੂੰ ਕੋਈ ਮੁੱਲ ਨਹੀਂ ਪਾਇਆ ਕਵਿਤਾਵਾਂ ਦਾ। ਇੱਦਾਂ ਵੀ ਨਹੀਂ ਵੀ ਕਿਤੇ ਛਪ ਗਈਆਂ ਜਾਂ ਕਿੱਦਾਂ। ਕੁਛ ਕਵਿਤਾਵਾਂ ਕਿਤੇ ਕਿਤੇ ਮੇਰੀਆਂ ਅਖਬਾਰ ਦੇ ਵਿੱਚ ਛਪਦੀਆਂ ਰਹੀਆਂ। ਫਿਰ ਉੱਥੇ ਮੈਨੂੰ ਲੱਗਾ ਵੀ ਯਾਰ ਮੈਂ ਨਾਟਕ ਲਿਖਣਾ। ਜਾਏ ਹੁੰਦਾ ਨਾ ਵੀ ਜਿੱਦਾਂ ਘੁੰਮ ਘਮਾ ਕੇ ਤੁਸੀਂ ਜ਼ਿੰਦਗੀ ਦਾ ਮਕਸਦ ਫੜ ਲੈਂਦੇ। ਕਿੰਨੇ ਨਾਟਕ ਤੁਸੀਂ ਖੇਡ ਚੁੱਕੇ ਸੀ ਰੰਗਮੰਚ ਦੇ ਉੱਤੇ ਜੇ ਤੁਸੀਂ ਲਿਖਣਾ ਸ਼ੁਰੂ ਆਪਣਾ ਪਹਿਲਾ? ਕਾਫੀ ਮੇਰੇ ਖਿਆਲ ਹੈ ਮੈਂ 88-99 ਦੇ ਵਿੱਚ ਸ਼ੁਰੂ ਕੀਤਾ ਔਰ ਇਹ ਤਕਰੀਬਨ ਕੋਈ ਹੈਗੀ ਗੱਲ 94-95 ਦੇ ਲਾਗੇ ਛਾਗੇ ਜਾ ਕੇ ਮੈਂ ਲਿਖਣ ਦੀ ਕੋਸ਼ਿਸ਼ ਕੀਤੀ। ਉਦੋਂ ਤੱਕ ਮੈਂ ਕਾਫੀ ਨਾਟਕਾਂ ਵਿੱਚ ਐਕਟਿੰਗ ਕਰ ਚੁੱਕਾ ਸੀ। ਮਤਲਬ ਤਕਰੀਬਨ 30-35 ਨਾਟਕਾਂ 'ਚ ਐਕਟਿੰਗ ਕਰ ਚੁੱਕਾ ਸੀ। ਸ਼ੋਅ ਤਾਂ ਬਹੁਤ ਜ਼ਿਆਦਾ ਹੋ ਚੁੱਕੇ ਸੀ ਤੇ 2-3 ਪਲੇ ਮੈਂ ਡਾਇਰੈਕਟ ਵੀ ਕਰ ਚੁੱਕਾ ਸੀ। ਉਦੋਂ ਫਿਰ ਮੈਂ ਲਿਖਿਆ ਪਹਿਲਾਂ ਇੱਦਾਂ ਹੀ ਮਤਲਬ ਸਟੋਰੀ ਤੋਂ ਅਡੈਪਟੇਸ਼ਨ ਕੀਤੀ। ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਸੀ ਤੇ ਉਹ ਭੀਖੀ ਤੋਂ ਨੇ ਰਾਈਟਰ ਬੜੇ ਜ਼ਬਰਦਸਤ, ਹੁਣ ਤਾਂ ਡੈਥ ਹੋ ਚੁੱਕੀ ਉਹਨਾਂ ਦੀ। ਉਹਨਾਂ ਦੀਆਂ 2 ਕਹਾਣੀਆਂ ਨੂੰ ਮੈਂ ਰੂਪਾਂਤਰਿਤ ਕੀਤਾ, ਉਹਦੇ ਤੋਂ ਕੀਤਾ। ਭਾ ਨੇ ਬੜਾ ਕੀਤਾ, ਮਤਲਬ ਪ੍ਰਮੋਟ ਕੀਤਾ, ਬੜਾ ਹੌਸਲਾ ਦਿੱਤਾ। ਕਹਿੰਦਾ ਤੂੰ ਲਿਖਿਆ, ਤੂੰ ਇਹਨੂੰ ਪੇਸ਼ ਕਰ, ਮੈਂ ਤੈਨੂੰ ਮਤਲਬ ਸਹਿਯੋਗ ਦੇਣਾ, ਸਪੋਂਸਰ ਕਰਦਾ, ਜਿੰਨਾ ਖਰਚਾ ਹੋਏਗਾ ਮੈਂ ਕਰ ਦਾਂਗਾ, ਤੂੰ ਕਰ। ਫਿਰ ਮੈਂ ਟੈਗੋਰ ਥੀਏਟਰ 'ਚ ਉਹ ਆਪਣਾ ਲਿਖਿਆ ਕੀਤਾ। ਉਹ ਫਿਰ ਹੌਲੀ ਪ੍ਰੈਕਟਿਸ ਹੁੰਦੀ ਰਹੀ। ਫਿਰ ਜਦੋਂ ਮੈਂ ਅੰਮ੍ਰਿਤਾ ਪ੍ਰੀਤਮ ਦਾ ਨਾਵਲ ਪੜ੍ਹਿਆ ਪਿੰਜਰ, ਇਹ ਕੁਛ 95 ਦੇ ਲਾਗੇ ਛਾਗੇ ਦੀ ਗੱਲ ਹੈ, ਉਹ ਮੈਨੂੰ ਬੜਾ ਅੱਛਾ ਲੱਗਾ। ਉਹਦੇ 'ਚ ਬੜੀਆਂ ਡਰਾਮੈਟਿਕ ਚੀਜ਼ਾਂ ਮੈਨੂੰ ਲੱਗੀਆਂ। ਮੈਂ ਉਹਦੇ 'ਤੇ ਬਹਿ ਗਿਆ ਲੈ ਕੇ ਨਾਵਲ ਦਾ ਮੈਂ ਉਹਦੀ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ। ਉਹ ਫਿਰ ਇੱਕ ਵੱਡੀ ਸਕ੍ਰਿਪਟ ਜਿਹੜੀ ਪਹਿਲੀ ਉਹ ਮੈਂ ਲਿਖੀ। ਫਿਰ ਉਦੋਂ ਕੋਈ ਕਿਤੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ। ਫਿਰ ਮੈਨੂੰ ਉਹ ਹੋਂਟ ਕੀਤਾ। ਉਹ ਕਿਤੇ ਮੈਂ 96 ਦੇ ਵਿੱਚ ਫਿਰ ਮੈਂ ਉਹ ਸਕ੍ਰਿਪਟ ਇੱਕ ਕੋਰਸ ਵਲੜਾ ਉਹ ਲਿਖੀ। ਬਸ ਉੱਥੋਂ ਤੋਂ ਫਿਰ ਮੇਰਾ ਸਫ਼ਰ ਸ਼ੁਰੂ ਹੋ ਗਿਆ। ਮੈਨੂੰ ਇਹ ਸਮਝ ਆ ਗਈ ਕਿ ਮੇਰੇ ਕੋਲ ਇਹ ਹੈਗਾ ਹੈ ਐਲੀਮੈਂਟ ਕਿਤੇ ਅੰਦਰ ਪਿਆ, ਇਹਨਾਂ ਚੀਜ਼ਾਂ ਨੂੰ ਮੈਂ ਲਿਖ ਸਕਦਾ। ਤੇ ਇਹ ਤੁਹਾਡੇ ਜੇਕਰ ਸਫ਼ਰ ਦੀ ਗੱਲ ਕਰੀਏ ਤਾਂ ਤੁਹਾਡੇ ਨਾਟਕਾਂ ਦੇ ਵਿੱਚ ਇੱਕ ਬੇਵਾਕੀ ਆ, ਹੈ ਨਾ, ਕਿਉਂਕਿ ਹਰੇਕ ਲੇਖਕ ਭਾਵੇਂ ਉਹ ਕੋਈ ਵੀ ਕਲਮ ਨਾਲ ਜੁੜਿਆ ਹੋਇਆ, ਭਾਵੇਂ ਉਹ ਕਾਵਿ ਦੇ ਨਾਲ ਜੁੜਿਆ ਹੋਇਆ, ਕਹਾਣੀ ਲਿਖਦਾ, ਨਾਵਲ ਲਿਖਦਾ, ਭਾਵੇਂ ਨਾਟਕ ਦੀ ਗੱਲ ਕਰੀਏ, ਕਹਾਣੀਆਂ ਤੇ ਲੇਖ, ਆਰਟੀਕਲ, ਗਜ਼ਲਾਂ ਇਹ ਕਿਤਾਬਾਂ ਤੱਕ ਸੀਮਿਤ ਰਹਿੰਦੇ ਨੇ। ਸੋ ਇਹ ਜੋ ਉਹਨੂੰ ਪੜ੍ਹਦਾ, ਜੇ ਚੰਗਾ ਲੱਗਦਾ, ਉਹ ਗੱਲ ਵੱਖਰੀ ਹੈ, ਉਹ ਕਿਸੇ ਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ। ਤੇ ਪਰ ਜਦੋਂ ਨਾਟਕ ਦੀ ਗੱਲ ਆਉਂਦੀ ਆ ਤਾਂ ਨਾਟਕ ਤਾਂ ਸੰਪੂਰਨਤਾ ਉਦੋਂ ਹੁੰਦੀ ਹੈ ਮੇਬੀ ਜਦੋਂ ਤੱਕ ਆਪਾਂ ਉਹਨੂੰ ਰੰਗਮੰਚ ਤੇ ਪੇਸ਼ ਨਹੀਂ ਕਰਦੇ। ਤੇ ਉਹ ਚੀਜ਼ ਨੂੰ, ਬੇਬਾਕੀ ਨੂੰ ਰੰਗਮੰਚ ਤੇ ਪੇਸ਼ ਕਰਨਾ ਉਹ ਸਭ ਤੋਂ ਵੱਡਾ ਔਖਾ ਕੰਮ ਹੈ। ਤਾਂ ਇੱਥੇ ਕਿਤੇ ਨਾ ਕਿਤੇ ਸਵਾਲ ਵੀ ਖੜੇ ਹੁੰਦੇ ਨੇ, ਤੁਹਾਨੂੰ ਕਿੰਨੀ ਵਾਰ ਸੋਚਣਾ ਵੀ ਪੈਂਦਾ ਹੈ। ਤਾਂ ਇਸ ਬਾਰੇ ਸਾਹਿਬ ਸਿੰਘ ਕਿਆ ਸੋਚਦਾ? ਮੈਂ ਇਹ ਸੋਚਦਾ ਕਿ ਜਿਹੜਾ ਰੰਗਮੰਚ ਹੈ, ਕਿਉਂਕਿ ਰੰਗਮੰਚ ਲੋਕਾਂ ਦੇ ਸਾਹਮਣੇ ਪੇਸ਼ ਹੋਣਾ ਔਰ ਬਿਲਕੁਲ ਓਪਨ ਦੇ ਵਿੱਚ ਪੇਸ਼ ਹੋਣਾ, ਜਿੱਥੇ ਤੁਹਾਡੇ ਕੋਲ ਕੋਈ ਖੱਬੇ ਸੱਜਿਓਂ ਕੋਈ ਪਰਦਾ ਨਹੀਂ ਹੈ, ਹੈ ਨਾ। ਜੋ ਹੈ ਉਹਨੇ ਆਪਣੇ ਰੀਅਲ ਸੈਂਸ ਦੇ ਵਿੱਚ, ਰੀਅਲ ਫਾਰਮ ਦੇ ਵਿੱਚ, ਵਿਦਆਊਟ ਕੱਟ, ਵਿਦਆਊਟ ਐਡਿਟ ਹੋਇਆ ਉਹਨੇ ਲੋਕਾਂ ਦੇ ਸਾਹਮਣੇ ਪੇਸ਼ ਹੋਣਾ। ਤੇ ਜੇ ਉਹਦੇ 'ਚ ਵੀ ਬੇਬਾਕੀ ਮਾਈਨਸ ਹੋ ਗਈ ਫਿਰ ਉਹਦਾ ਇੱਕ ਵੱਖਰਾ ਜਿਹੜਾ ਇੱਕ ਕੈਰੈਕਟਰ ਹੈ ਉਸ ਤੁਹਾਡੇ ਆਰਟ ਦਾ, ਫਿਰ ਉਹ ਨਹੀਂ ਰਹੇਗਾ। ਬਾਕੀ ਦੀ ਵਜ੍ਹਾ ਕਰਕੇ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਇਹਦੇ ਲਈ ਤੁਹਾਡਾ ਜ਼ਿੰਦਗੀ ਤਾਂ ਹੈ, ਜ਼ਿੰਦਗੀ ਦਾ ਦੂਜਾ ਨਾਮ ਤਾਂ ਮੁਸ਼ਕਲਾਂ ਹੈ ਨਾ। ਜੇ ਮੁਸ਼ਕਲਾਂ ਨਹੀਂ ਆਉਂਦੀਆਂ, ਜੇ ਜ਼ਿੰਦਗੀ ਤੁਸੀਂ ਇੱਦਾਂ ਤੁਰੇ ਹੋਏ ਨਾ ਕਿਤੇ ਠੇਡਾ ਪੈਂਦਾ ਤੁਹਾਨੂੰ, ਨਾ ਕੋਈ ਗਲਤ ਟੇਢਾ ਰਸਤਾ ਆਉਂਦਾ, ਫਿਰ ਜ਼ਿੰਦਗੀ ਦਾ ਸਵਾਦ ਹੀ ਕੀ ਹੈ ਨਾ। ਮੈਂ ਗੁਰਦਾਸਪੁਰ ਗਿਆ, ਉੱਥੇ ITI ਕਾਲਜ ਦੇ ਵਿੱਚ ਸ਼ੋਅ ਸੀ ਮੇਰਾ, ਸੰਮਾ ਵਾਲੀ ਲੰਘ ਦਾ, ਜਿਹੜਾ ਸੋਲੋ ਪਰਫਾਰਮੈਂਸ ਸੀ। ਹੁਣ ITI ਕਾਲਜ ਦੇ ਵਿੱਚ ਸਟੂਡੈਂਟ ਕਿੱਦਾਂ ਹੁੰਦੇ, +2 ਤੋਂ ਬਾਅਦ ਜਾਂ 10th ਤੋਂ ਬਾਅਦ ਇੱਦਾਂ ਸਟੂਡੈਂਟ ਹੁੰਦੇ, ਬਹੁਤ ਹੀ ਹਲੂਏ, ਜਿਹੜੇ ਜਵਾਨੀ ਹੁੰਦੀ ਨਾ, ਜਵਾਨੀ ਵੀ ਐਨ ਜਿਹੜੀ ਅੱਗ ਵਾਲੀ ਹੁੰਦੀ ਨਾ, ਉਹ ਵਾਲੀ ਜਵਾਨੀ ਹੁੰਦੀ, ਬਿਲਕੁਲ ਨਵੀਂ ਆਈ ਹੁੰਦੀ। ਉਹ ਸਾਰੇ ਸਟੂਡੈਂਟ ਤੇ ਓਨਲੀ ਫॉर ਬॉयਜ਼ ਸੀ, ਗਰਲਸ ਵੀ ਹੈ ਨਹੀਂ ਸੀਗੀਆਂ। ਤੇ ਉਹ ਨਾ ਇੱਦਾਂ ਬੈਠੇ ਵੱਡੀ ਤਾਦਾਦ ਦੇ ਵਿੱਚ ਤੇ ਨਾਟਕ ਸ਼ੁਰੂ ਕਰ ਰਹੇ। ਤੇ ਮੈਨੂੰ ਪ੍ਰੋਫੈਸਰ 2-3 ਆ ਕੇ ਮਿਲੇ, ਕਹਿੰਦੇ ਵੀ ਡਾਕਟਰ ਸਾਹਿਬ ਇਹਨੂੰ ਸੰਭਾਲਣਾ ਬਹੁਤ ਔਖਾ, ਇਹ ਰੌਲਾ ਬਹੁਤ ਪਾਉਂਦੇ ਆ, ਤੁਸੀਂ ਦੇਖ ਲਿਓ। ਮੈਂ ਕਿਹਾ ਵੀ ਹੁਣ ਤਾਂ ਤੁਸੀਂ ਮੈਨੂੰ ਬੁਲਾ ਲਿਆ, ਹੁਣ ਹੈ ਨਾ, ਲੈਟ ਮੀ ਡੂ ਇਟ। ਕਹਿੰਦਾ ਠੀਕ ਹੈ। ਉਹ ਨਾਟਕ ਦੀ ਮੇਰੀ ਸ਼ੁਰੂਆਤ ਹੀ ਇੱਦਾਂ ਦੀ ਹੈ ਕਿ ਇੱਕ ਚੱਕਮਾ ਜਿਹਾ ਗਾਣਾ ਚੱਲਦਾ, ਉਹਦੇ ਉੱਤੇ ਮੈਂ ਐਂਟਰੀ ਲੈਂਦਾ ਤੇ ਉਹਨਾਂ ਨੇ ਨਾ ਵਿਸਲਿੰਗ ਕਰਨੀ ਸ਼ੁਰੂ ਕੀਤੀ, ਸੀਟੀਆਂ ਜੋ ਕਰ ਸਕਦੇ ਸੀ ਉਹਨਾਂ ਰੌਲਾ ਪਾਇਆ। ਮੈਂ ਸਮਝ ਗਿਆ, ਮੈਂ ਕਿਹਾ ਇਹ ਪਤੰਦਰ ਨਾ ਇਮਤਿਹਾਨ ਲੈਣ ਗਿਆ ਅੱਜ ਮੇਰਾ। ਤੇ ਮੈਂ ਸਟੇਜ ਤੇ ਆਇਆ, ਆ ਕੇ ਮੈਂ ਆਪਣੇ ਡਾਇਲੌਗਸ ਵਗੈਰਾ ਸ਼ੁਰੂ ਕੀਤੇ ਤੇ ਉਹ ਫਿਰ ਵੀ ਥੋੜਾ ਚੱਕਵੇਂ ਰਹੇ। ਹੌਲੀ ਜਿਵੇਂ ਡਾਇਲੌਗ ਨਾ, ਮੈਂ ਕਿਉਂਕਿ ਮੇਰੇ ਨਾ ਉਹਦੇ ਨਾਲ ਲੱਤਾਂ ਨਹੀਂ ਥੜਕੀਆਂ ਵੀ ਯਾਰ ਇਹ ਬੈਠੇ ਸ਼ਰਾਰਤੀ ਬੈਠੇ, ਮੈਨੂੰ ਇਹੀ ਲੱਗਿਆ ਯਾਰ ਮੈਨੂੰ ਪਿਆਰ ਜਿਹਾ ਆਇਆ ਨਾ, ਤੇ ਯਾਰ ਇਦਾਂ ਦਾ ਕਦੇ ਮੈਂ ਵੀ ਸੀਗਾ, ਹੈ ਨਾ। ਫਿਰ ਇਹਨਾਂ ਨੂੰ ਮੈਂ ਨਾਟਕ ਦਿਖਾਉਣ ਆਉਣਾ, ਇਹਨਾਂ ਨੂੰ ਦਿਖਾਉਣ ਆ ਰਿਹਾ। ਇਹ ਜਿਹੜੇ ਸਾਹਮਣੇ 10-15 ਪ੍ਰੋਫੈਸਰ ਜਾਂ ਟੀਚਰ ਬੈਠੇ ਆ ਜਾਂ ਰਾਈਟਰ ਬੈਠੇ, ਇਹ ਤਾਂ ਮੈਨੂੰ ਜਾਣਦੇ ਹੀ ਹੈ, ਇਹ ਨਾਟਕ ਤਾਂ ਮੈਂ ਉਹਨਾਂ ਨੂੰ ਦਿਖਾਉਣ ਆਇਆ। ਇਹ ਜਿਹੜੇ ਪਿੱਛੇ ਬੈਠੇ ਆ, ਮੈਨੂੰ ਪਿਆਰ ਜਿਹਾ ਜਾਗਿਆ ਉਹਨਾਂ ਪ੍ਰਤੀ। ਉਸ ਪਿਆਰ ਦੇ ਵਿੱਚ ਨਾ ਮੈਂ ਹੋਰ ਵਿਸ਼ਵਾਸ ਪੜ ਗਿਆ ਤੇ ਮੈਂ ਸ਼ੁਰੂ ਹੋ ਗਿਆ। ਤੇ ਹਾਰਡਲੀ 1.5-2 ਮਿੰਟ ਲੱਗਾ,
ਜਦੋਂ ਇਹ ਮੇਰੇ ਨਾਲ ਪਕੜ ਚ ਆ ਗਏ, ਮੈਂ ਲੈ ਬੱਚੂ ਹੁਣ ਨਹੀਂ ਮੈਂ ਛੱਡਦਾ ਤੁਹਾਨੂੰ, ਹੈ ਨਾ, ਪਕੜ ਚ ਆ ਗਏ ਜਦੋਂ ਉਹਨਾਂ ਮੇਰੇ ਨਾਲ ਹੱਸਣਾ ਸ਼ੁਰੂ ਕਰਤਾ, ਮੇਰੇ ਨਾਲ ਉਹ ਝਟਕਾਰੇ ਜਿਹੇ ਲੈਣੇ ਸ਼ੁਰੂ ਕਰਤੇ, ਕੋਈ ਵਿਅੰਗ ਨੂੰ ਸਮਝਣਾ ਸ਼ੁਰੂ ਕੀਤਾ, ਫਿਰ ਹੌਲੀ ਹੌਲੀ ਜਦੋਂ ਮੈਂ ਗੁੱਸੇ ਚ ਆਇਆ ਜਾਂ ਮੈਂ ਇਮੋਸ਼ਨਲ ਹੋਇਆ ਨਾਲ ਹੀ ਫਿਰ ਜੇ ਮੈਨੂੰ ਚੁੱਪ ਚਾਹੀਦੀ ਸੀ, ਚੁੱਪ ਸੁਣ, ਮਤਲਬ ਬਿਲਕੁਲ ਗਰਾਊਂਡ 'ਚ ਬੈਠੇ ਉਹ। ਸਵਾ ਘੰਟੇ ਦਾ ਨਾਟਕ ਹੋਇਆ, ਐਂਡ 'ਚ ਜਦੋਂ ਡਾਂਗ ਮੈਂ ਚੁੱਕਦਾ ਉਹਦੇ ਨਾਲ ਹੀ ਉਹ ਉਸੇ ਜੋਸ਼ ਦੇ ਵਿੱਚ ਕਮਾਲ ਹੋ ਗਈ, ਮਤਲਬ ਹੋ ਗਈ। ਰੋਟੀ ਖਾ ਕੇ ਜਦੋਂ ਤੁਰਨ ਲੱਗੇ ਤੇ ਉਹ ਨਾ ਪ੍ਰੋਫੈਸਰਾਂ ਨੇ ਮੈਨੂੰ ਘੇਰ ਲਿਆ, ਕਹਿੰਦੇ ਡਾਕਟਰ ਸਾਹਿਬ ਕੁੰਡੀ ਦੱਸੋ ਵੀ ਤੁਸੀਂ ਇਹਨਾਂ ਨੂੰ ਨਾ ਟੂਟੀਆਂ ਨੂੰ ਇਹਨਾਂ ਨੂੰ ਵਸ ਕਿੱਦਾਂ ਕੀਤਾ। ਮੈਂ ਵੀ ਕੋਈ ਨਹੀਂ, ਤੁਹਾਡੇ ਸਾਹਮਣੇ ਤੁਸੀਂ ਉੱਥੇ ਹੀ ਬੈਠੇ ਸੀ, ਕੋਈ ਜਾਦੂ ਦਾ ਪਟਾਰਾ ਤਾਂ ਮੈਂ ਖੋਲਿਆ ਨਹੀਂ। ਕਹਿੰਦੇ ਇਹ ਤਾਂ ਐਸੇ ਨੇ ਵੀ ਇਹਨਾਂ ਦੇ 10-10 ਬੰਦੇ ਵੀ ਸੱਜੇ ਖੱਬੇ ਇੱਧਰ ਉੱਧਰ ਉੱਪਰ ਥੱਲੇ ਖੜੇ ਕਰਦੀ ਨਾ, ਫਿਰ ਵੀ ਸ਼ਰਾਰਤ ਕਰ ਜਾਂਦੇ, ਟਿਕਦੇ ਹੀ ਨਹੀਂ। ਤੁਸੀਂ ਸਵਾ ਘੰਟਾ ਇਹਨਾਂ ਨੂੰ ਕਿੱਦਾਂ ਟਿਕਾਇਆ? ਮੈਂ ਕਿਹਾ ਵੀ ਕੁਛ ਨਹੀਂ ਮਤਲਬ ਉਹੀ ਹੈ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਕਿ ਜੇ ਤੁਹਾਡਾ ਆਪਣੇ ਆਰਟ ਦੇ ਉੱਤੇ ਮੁਕੰਮਲ ਵਿਸ਼ਵਾਸ ਹੈ, ਤੁਹਾਨੂੰ ਪਤਾ ਵੀ ਇਹ ਫੇਲ ਨਹੀਂ ਹੋ ਸਕਦਾ, ਇਹ ਆਰਟ ਨਹੀਂ ਮੈਂ ਫੇਲ ਹੋਣ ਦਊਗਾ। ਮੈਨੂੰ ਤੁਸੀਂ ਚਾਹੇ ਵੇਸਵਾ ਦੇ ਕੋਠੇ ਦੇ ਉੱਤੇ ਕਹੋ ਵੀ ਆ 100 ਵੇਸਵਾ ਬੈਠੀਆਂ, ਤੁਸੀਂ ਇੱਥੇ ਪਰਫਾਰਮ ਕਰਨਾ, ਜਾਂ ਤੁਸੀਂ ਕਹੋ ਕਿ 100 ਸਟੂਡੈਂਟਸ ਬੈਠੀਆਂ ਕਿਸੇ ਸਕੂਲ ਦੀਆਂ ਕਾਲਜ ਦੀਆਂ ਸਾਹਮਣੇ, ਇੱਥੇ ਲੜਕੀਆਂ ਬੈਠੀਆਂ ਉੱਥੇ ਪਰਫਾਰਮ ਕਰਨਾ, ਜਾਂ ਕਹੋ ਵੀ ਇੱਥੇ ਲੜਕੇ ਹੀ ਲੜਕੇ ਬੈਠੇ, ਜਾਂ ਇਹ ਬਜ਼ੁਰਗ ਬੈਠੇ, ਮਾਤਾਵਾਂ ਬੈਠੀਆਂ, ਹਰ ਜਗ੍ਹਾ ਹਰ ਸਪੇਸ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੇ ਸਾਹਮਣੇ ਜੇ ਤੁਸੀਂ ਕੌਨਫੀਡੈਂਟ ਹੋ ਕੇ ਜਾਓਗੇ ਤੁਹਾਡਾ ਆਰਟ ਜਿਹੜਾ ਨਾ ਉਹ ਹੋਣਾ। ਇਹ ਗੱਲ ਵੀ ਤੁਹਾਡੀ ਜਿਹੜੀ ਮਿਹਨਤ ਆ ਨਾ, ਤੇ ਤੁਸੀਂ ਪਿਛਲੇ ਲੰਮੇ ਸਫ਼ਰ ਤੈਅ ਕਰਦੇ ਆਏ ਹੋ, ਉਹ ਤੁਹਾਨੂੰ ਹੋਰ ਪਰਪੱਕ ਕਰਦਾ ਜਾਂਦਾ। ਇਹੀ ਹੈ ਵੀ ਤੁਹਾਡਾ ਮਿਹਨਤ ਹੀ ਹੈ ਜਿਹੜੀ ਇਹਨਾਂ ਲੋਕਾਂ ਨੂੰ ਤੁਹਾਡੇ ਮੂਹਰੇ ਸਹਿਜਤਾ ਤਰੀਕੇ ਦੇ ਨਾਲ ਤੁਹਾਨੂੰ ਸੁਣਨ ਦੀ ਸ਼ਾਬਾਸ਼ੀ ਦਿੰਦੀ ਹੈ। ਮਿਹਨਤ ਵੀ ਹੋਣੀ ਚਾਹੀਦੀ, ਪਰ ਤੁਹਾਡਾ ਜੋ ਤੁਸੀਂ ਕਹਿ ਰਹੇ, ਜੋ ਤੁਸੀਂ ਕਰ ਰਹੇ ਹੋ ਨਾ, ਉਹਦੇ ਵਿੱਚ ਗੱਲ ਵੀ ਹੋਣੀ ਚਾਹੀਦੀ। ਜੇ ਗੱਲ ਲੋਕਾਂ ਨਾਲ ਨਹੀਂ ਨਾ ਜੁੜਦੀ, ਫਿਰ ਜਿੰਨੇ ਮਰਜ਼ੀ ਤੁਸੀਂ ਘੈਂਟ ਆਰਟਿਸਟ ਹੋਵੋ, ਫਿਰ ਤੁਹਾਡੇ ਲਈ ਮੁਸ਼ਕਲ ਹੋ ਜਾਏਗਾ। ਹੁਣ ਤੱਕ ਕਿੰਨੇ ਕੁ ਤੁਸੀਂ, ਜੇ ਕਦੇ ਚਲੋ ਗਿਣਤੀ ਤਾਂ ਕਹਿੰਦੇ ਕਦੇ ਹੁੰਦੀ ਨਹੀਂ ਹੁੰਦੀ, ਤਾਂ ਅੰਦਾਜ਼ਨ ਹੁਣ ਤੱਕ ਕਿੰਨੇ ਕੁ ਤੁਸੀਂ ਰੰਗਮੰਚ ਤੇ ਪੇਸ਼ਕਾਰੀਆਂ ਕੀਤੀਆਂ ਹੋਣਗੀਆਂ? ਹਾਂ, ਪੇਸ਼ਕਾਰੀਆਂ ਮੈਨੂੰ ਲੱਗਦਾ ਮੈਂ 6-7 ਹਜ਼ਾਰ ਤਾਂ ਪੇਸ਼ਕਾਰੀ ਕਰ ਚੁੱਕਾ ਹੋਊਂਗਾ, ਕਿਉਂਕਿ ਸਾਰੇ ਆਲਮੋਸਟ ਪੰਜਾਬ ਤਾਂ ਕੋਈ ਏਰੀਆ ਛੱਡਿਆ ਹੀ ਨਹੀਂ ਹਨ, ਪੰਜਾਬ ਦੀ ਹਰ ਨੁੱਕਰ 'ਚ ਜਾ ਕੀਤਾ। ਫਿਰ ਪੰਜਾਬ ਤੋਂ ਇਲਾਵਾ ਜਿਹੜੀ ਐਡਜੋਇਨਿੰਗ ਨਾਰਥ ਦੀਆਂ ਸਟੇਟਸ ਨੇ, ਹਰਿਆਣਾ ਹੋ ਗਿਆ, ਉੱਤਰਾਂਚਲ ਹੋ ਗਿਆ, ਯੂਪੀ ਹੋ ਗਿਆ, ਬਿਹਾਰ ਹੋ ਗਿਆ, ਇੱਧਰ ਹਿਮਾਚਲ ਹੋ ਗਿਆ, ਦਿੱਲੀ ਤਾਂ ਜਾਂਦੇ ਰਹੀਦਾ। ਪਹਿਲੀਆਂ ਦੇ ਵਿੱਚ ਜਦੋਂ ਤੁਸੀਂ ਕਹਦੀਏ ਮੁੱਛ ਫੁੱਟਦੀ ਸੀ ਉਦੋਂ ਕਰਦੇ ਸੀ, ਤਾਂ ਕਈ ਚੀਜ਼ਾਂ ਨਾ ਦਿਲ ਦੇ ਕਰੀਬ ਹੁੰਦੀਆਂ ਨੇ ਕਾਫੀ ਜ਼ਿਆਦਾ, ਭਾਵੇਂ ਉਹ ਘਟਨਾਵਾਂ ਦੁਖਦ ਹੋਣ, ਭਾਵੇਂ ਉਹ ਚੰਗੀਆਂ ਹੋਣ, ਹਾਸਮਈਆਂ ਹੋਣ, ਕਿਉਂਕਿ ਰੰਗਮੰਚ ਤਾਂ ਹਰ ਇੱਕ ਤਰੀਕੇ ਦੀ ਪੇਸ਼ਕਾਰੀ ਹੁੰਦੀ ਹੈ। ਤਾਂ ਸਾਡੇ ਨਾਲ ਕੋਈ ਅਜਿਹੀ ਹੋਰ ਸਾਂਝ, ਚਾਹੇ ਕੋਈ ਕਰੈਕਟਰ ਹੀ ਕਿਉਂ ਨਾ ਹੋਵੇ, ਤੁਹਾਨੂੰ ਪਸੰਦ ਆਇਆ ਹੋਵੇ ਪਹਿਲੀਆਂ ਦੇ ਵਿੱਚ, ਤਾਂ ਜ਼ਰੂਰ ਸਾਡੇ ਨਾਲ ਸਾਂਝ। ਨਹੀਂ, ਬੜਾ ਕੁਝ ਹੋਇਆ ਜਦੋਂ ਉਦੋਂ ਨਾ ਤੁਸੀਂ ਥੋੜਾ ਜਿਹਾ ਚੱਕਵੇਂ ਹੁੰਦੇ, ਤੁਹਾਡੇ ਪੈਰ ਥੋੜਾ ਜ਼ਿਆਦਾ ਉੱਠਦਾ ਹੁੰਦਾ ਹਨਾ, ਤੁਸੀਂ ਜੋਸ਼ ਵੀ ਤੁਹਾਡੇ ਜ਼ਿਆਦਾ ਹੁੰਦਾ। ਤੇ ਗੁਰਸ਼ਨ ਭਾ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਥੋੜਾ ਕੰਟਰੋਲ ਚ ਹਨਾ, ਇਦਾਂ ਕਹਿੰਦੇ ਹੁੰਦੇ ਸੀ। ਤੇ ਨਾ ਇੱਕ ਜਿੱਦਾਂ ਹੁੰਦਾ ਨਾ, ਪਤਾ ਵੀ ਨਹੀਂ ਹੁੰਦਾ। ਮੈਂ ਇੱਕ ਵਾਰੀ ਸ਼ੁਰੂ ਦੀ ਗੱਲ ਹੋਣੀ ਮੇਰੇ ਖਿਆਲ, ਸ਼ੁਰੂ ਮੀਨਸ 4-5 ਸਾਲ ਤਾਂ ਹੋ ਗਏ ਸੀ, ਮੈਂ ਪਰਫਾਰਮ ਕੀਤਾ ਕੇਵਲ ਧਾਲੀਵਾਲ ਦੀ ਡਾਇਰੈਕਸ਼ਨ ਦੇ ਵਿੱਚ ਕੋਰਟ ਮਾਰਸ਼ਲ ਅੰਮ੍ਰਿਤਸਰ, ਤੇ ਲੋਕੀ ਮਤਲਬ ਇਦਾਂ ਆ ਗਏ ਕਿ ਆ ਕੇ ਨਾ ਤਾਰੀਫ ਕਰ ਰਹੇ, ਕਿਸ ਤਰ੍ਹਾਂ ਕਰ ਰਿਹਾ, ਕੋਈ ਕਹਿੰਦੇ ਕਿ ਯੂ ਲੁੱਕ ਲਾਈਕ ਅਮਿਤਾਭ ਬੱਚਨ, ਕੋਈ ਇਦਾਂ ਦੀ ਗੱਲ ਕਰੇ। ਤੇ ਮੈਂ ਉਸ ਉਮਰ ਦੇ ਵਿੱਚ ਅਮਿਤਾਭ ਬੱਚਨ ਤਾਂ ਐਂ ਸੀ ਵੀ ਪਤਾ ਨਹੀਂ ਕੀ ਚੀਜ਼ ਹੈ, ਤੇ ਮੈਂ ਨਾ ਬੜਾ ਹੁੱਬ ਕੇ ਬਾਅਦ ਦੇ ਵਿੱਚ ਨਾ ਕੱਪੜੇ ਉਤਾਰਦੇ ਹਾਂ, ਚੇਂਜ ਕਰਦੇ ਹਾਂ। ਮੈਂ ਕੇਵਲ ਧਾਲੀਵਾਲ ਨੂੰ ਕਿਹਾ, ਮੈਂ ਕਿਹਾ ਭਾਜੀ ਤੁਹਾਨੂੰ ਪਤਾ ਅੱਜ ਲੋਕਾਂ ਨੇ ਮੈਨੂੰ ਇਹ ਕਿਹਾ, ਮੈਂ ਤਾਂ ਆਪਣੇ ਵੱਲੋਂ ਬੜਾ ਫੂਕ ਚੱਕ ਕੇ ਗੱਲ ਕਹੀ ਜੀ, ਭਾਜੀ ਨਾ ਹੋਰ ਤਰ੍ਹਾਂ ਦੇ ਐਕਸਪ੍ਰੈਸ਼ਨ ਦਿੱਤੇ। ਕਹਿੰਦੇ ਅਮਿਤਾਭ ਬੱਚਨ ਕੌਣ ਹੈ? ਤੂੰ ਸਾਹਿਬ ਸਿੰਘ ਹੈ, ਤੂੰ ਸਾਹਿਬ ਸਿੰਘ ਰਹਿਣਾ ਬਣ ਕੇ, ਤੇ ਤੂੰ ਸਾਹਿਬ ਸਿੰਘ ਬਣ, ਛੱਡ ਗੋਲੀ ਮਾਰ। ਮੈਂ ਹੈਰਾਨ ਜਾ, ਮੈਂ ਇਹਨਾਂ ਨੇ ਕੋਈ ਸ਼ਾਬਾਸ਼ ਨਹੀਂ ਦਿੱਤੀ ਇਸ ਗੱਲ ਤੇ ਵੀ ਮੈਨੂੰ ਅਮਿਤਾਭ ਬੱਚਨ ਨਾਲ ਕੰਪੇਅਰ ਕੀਤਾ। ਉਹ ਮਤਲਬ ਜਵਾਨੀ ਮੁੱਛ ਫੁੱਟ ਹੁੰਦੇ ਨਾ, ਉਹ ਤੁਹਾਨੂੰ ਚੀਜ਼ਾਂ ਸਮਝ ਨਹੀਂ ਆਉਂਦੀਆਂ। ਅੱਜ ਮੈਨੂੰ ਉਹ ਸਟੇਟਮੈਂਟ ਸਮਝ ਆ ਰਹੀ ਕਿ ਕੇਵਲ ਨੇ ਉਹ ਸਟੇਟਮੈਂਟ ਮੈਨੂੰ ਕਿਉਂ ਦਿੱਤੀ ਹੈ ਨਾ, ਸ਼ਾਇਦ ਉਹ ਸਟੇਟਮੈਂਟ ਨੇ ਮੈਨੂੰ ਉਸ ਰਾਹੇ ਤੋਰਿਆ ਵੀ ਨਹੀਂ ਤੂੰ ਸਾਹਿਬ ਸਿੰਘ ਬਣਨ ਦੀ ਕੋਸ਼ਿਸ਼ ਕਰ, ਤੇ ਅੱਜ ਮੈਂ ਸਾਹਿਬ ਸਿੰਘ ਹੈਗਾ। ਕਿਉਂਕਿ ਤੁਹਾਡੀ ਪਛਾਣ ਤੁਹਾਡੇ ਕਰਕੇ ਬਣਦੀ ਹੈ। ਜਦੋਂ ਆਪਾਂ ਕਿਸੇ ਨੂੰ ਕਾਪੀ ਫੋਲੋ ਕਰਨ ਲੱਗ ਜਾਂਦੇ ਆ, ਤਾਂ ਤੁਸੀਂ ਉਹਦੇ ਵਿੱਚ ਮਰਜ ਹੋਣ ਲੱਗ ਜਾਂਦੇ ਹੋ ਕਿਸੇ ਤਰੀਕੇ ਦੇ ਨਾਲ, ਪਰ ਤੁਸੀਂ ਉੱਥੇ ਪਹੁੰਚ ਵੀ ਨਹੀਂ ਸਕਦੇ ਹੁੰਦੇ, ਕਿਉਂਕਿ ਉਹ ਇੱਕ ਲੈਵਲ ਬਣਿਆ ਹੁੰਦਾ। ਇਸੇ ਤਰ੍ਹਾਂ ਜਿਹੜੀ ਕਿ ਇੰਟਰਸਟਿੰਗ ਗੱਲ ਵੀ ਮੁੱਛ ਫੁੱਟ ਵਾਲੀ, ਮੈਂ ਨਾ ਇੱਕ ਨਾਟਕ ਗੁਰਸ਼ਨ ਭਾਈ ਦਾ ਹੁੰਦਾ ਸੀ ਗੁਲਾਬੀ ਪੱਗ, ਉਹ ਕਰਦਾ ਹੁੰਦਾ ਸੀ, ਤੇ ਉਹਦੇ ਵਿੱਚ ਪਹਿਲੀ ਵਾਰੀ ਭਾਜੀ ਨੇ ਮੈਨੂੰ ਮੇਰੀ ਏਜ ਤੋਂ ਵੱਡਾ ਰੋਲ ਦੇ ਦਿੱਤਾ ਕਿ ਮੈਂ ਫਾਦਰ ਦਾ ਰੋਲ ਕਰੂੰਗਾ। ਤੇ ਉਹ ਰੋਲ ਬਹੁਤ ਚੱਕਵਾਂ ਸੀਗਾ। ਚੱਕਵਾਂ ਮੈਂ ਇਦਾਂ ਦਾ ਫਾਦਰ ਸੀ ਵੀ ਜਿਹਨੇ ਡੇਲੀ 3-4 ਪੈਗ ਲਾਣੇ, ਲਾ ਕੇ ਤੇ ਫਿਰ ਥੋੜਾ ਉਹਨੇ ਗਾਲੀ ਗਲੋਚ ਵੀ ਕਰਨੀ ਹੈ, ਥੋੜਾ ਮਤਲਬ ਮਜ਼ੇ ਲੈ ਕੇ ਗੱਲਾਂ ਵੀ ਕਰਨੀਆਂ। ਤੇ ਜਿਹੜਾ ਉਹਦਾ ਮੁੰਡਾ ਦਿਖਾਇਆ ਸੀ ਉਹ ਪ੍ਰੋਗਰੈਸਿਵ ਕਿਸਮ ਦਾ ਦਿਖਾਇਆ ਸੀ ਜਿਹੜਾ ਹੈਗਾ, ਤੇ ਉਸ ਵੇਲੇ ਦਿਖਾਇਆ ਸੀ ਵੀ ਜਿਹੜੀ ਮੂਵਮੈਂਟ ਚੱਲ ਰਹੀ ਹੈ ਪੰਜਾਬ ਦੇ ਵਿੱਚ, ਤੇ ਉਹ ਲਹਿਰ ਚੱਲ ਰਹੀ, ਤੇ ਉਹਦੇ ਪ੍ਰਭਾਵ 'ਚ ਉਹ ਮੁੰਡਾ ਉਹਦੇ ਪ੍ਰਭਾਵ 'ਚ ਨਹੀਂ ਹੈ। ਮੁੰਡਾ ਤਾਂ ਇਹ ਕਹਿੰਦਾ ਵੀ ਸਟੇਟ ਵੀ ਗਲਤ ਕਰ ਰਹੀ ਤੇ ਉਹ ਅੱਤਵਾਦੀ ਵੀ ਗਲਤ ਕਰ ਰਹੇ ਨੇ, ਉਹ ਇਦਾਂ। ਪਰ ਪੁਲਿਸ ਉਹਨੂੰ ਉਸੇ ਲਹਿਰ ਦਾ ਬੰਦਾ ਸਮਝ ਕੇ ਤੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਮੁੰਡੇ ਨੂੰ। ਮੁੰਡਾ ਇੱਧਰ ਉੱਧਰ ਕਿਤੇ ਹੁੰਦਾ, ਉਹ ਚੁੱਕ ਨਹੀਂ, ਤਾਂ ਉਹ ਫਾਦਰ ਨੂੰ ਚੁੱਕ ਕੇ ਲੈ ਜਾਂਦੇ, ਤੇ ਉਹ 2 ਰਾਤਾਂ ਨਾ ਫਾਦਰ ਨੂੰ ਰੱਖਦੇ। ਉਹ ਹੁਣ ਵਾਪਸ ਆਇਆ ਘਰੇ, ਤੇ ਉਹਨੇ ਪੀਤੀ ਹੋਈ ਹੈ, ਪੈਗ ਲੱਗੇ ਹੋਏ ਆ, ਤੇ ਉਹ ਨਾ ਫਿਰ ਇਦਾਂ ਦੀ ਗੱਲਾਂ ਕਰਦਾ। ਤੇ ਉਹ ਗੱਲਾਂ ਕਰਦਿਆਂ ਵਿੱਚ ਮੁੰਡਾ ਵੀ ਘਰੇ ਆ ਜਾਂਦਾ, ਉਹ ਪੁੱਛਦਾ ਵੀ ਬਾਪੂ ਕਿੱਦਾਂ ਉੱਥੇ ਕਿੱਦਾਂ ਅੰਦਰ ਰਹੀ।
ਕਹਿੰਦਾ ਹੋਣਾ ਕਿ ਜੀ ਸਾਲਿਆਂ ਨੇ ਜਵਾਈਆਂ ਦੀ ਤਰ੍ਹਾਂ ਸੇਵਾ ਕੀਤੀ ਜਿੱਦਾਂ ਕਰਦੇ ਹੁੰਦੇ ਆ। ਤੇ ਉਹ ਕਹਿੰਦਾ ਵੀ ਉਹ ਨਾ ਤੈਨੂੰ ਫੇਰ ਆਣਗੇ, ਉਹ ਤੈਨੂੰ ਫੇਰ ਚੁੱਕ ਕੇ ਲੈ ਜਾਣਗੇ। ਫੇਰ ਉਹ ਕਹਿੰਦਾ ਕੋਈ ਗੱਲ ਨਹੀਂ, ਕੁੜੀ ਦਾ ਵਿਆਹ ਕਰ ਦਵਾਂ ਇੱਕ ਵਾਰੀ, ਫੇਰ ਭਾਵੇਂ ਉਹਨੂੰ ਪੱਕਾ ਉੱਥੇ ਰੱਖ ਲੈਣ, ਪਰ ਰਹੂੰਗਾ ਉਹਨਾਂ ਦਾ ਜਵਾਈ ਬਣ ਕੇ। ਹੁਣ ਉਹ ਚੀਜ਼ਾਂ ਨਾ ਸੀਗੀਆਂ ਤਾਂ ਕਰੈਕਟਰ ਦੇ ਵਿੱਚ, ਪਰ ਮੇਰੀ ਏਜ ਵੀ ਉਦਾਂ ਦੀ ਸੀ, ਉਹ ਸਵਾਦ ਬਹੁਤ ਆਉਂਦਾ ਸੀ ਵੀ ਯਾਰ ਇਹ ਬਹੁਤ ਡਾਇਲੋਗ ਨਾ ਮੀਟੀ ਡਾਇਲੋਗ ਨੇ, ਉਹ ਮੈਂ ਬੋਲਣਾ ਤੇ ਬਹੁਤ ਚੜ੍ਹ ਕੇ ਬੋਲਣਾ। ਤੇ ਉਹ ਦੌਰ ਤੁਹਾਨੂੰ ਹੈ ਨਾ ਯਾਦ ਹੋਊਗਾ ਵੀ ਦੌਰ ਇਦਾਂ ਦਾ ਸੀ, ਲੋਕੀ ਪੁਲਿਸ ਤੋਂ ਸਟੇਟ ਤੋਂ ਅੱਕੇ ਹੋਏ ਸੀ ਬਹੁਤ ਬੁਰੀ ਤਰ੍ਹਾਂ, ਕਿਉਂਕਿ ਬਹੁਤ ਮੁੰਡਿਆਂ ਨਾਲ ਜ਼ਿਆਦਤੀਆਂ ਕੀਤੀਆਂ ਸੀ ਉਦੋਂ ਪੁਲਿਸ ਨੇ। ਤੇ ਉਹ ਨਾ ਪੰਜਾਬੀ ਭਵਨ ਦਾ ਪੂਰਾ ਓਪਨ ਏਅਰ ਥੀਏਟਰ ਭਰਿਆ ਪਿਆ, ਤੇ ਆਡੀਅנס ਦੇ ਵਿੱਚ ਮਤਲਬ ਪੱਗਾਂ ਹੀ ਪੱਗਾਂ ਹੈ ਨਾ, ਨੌਜਵਾਨ ਬਹੁਤ ਸਾਰੇ ਬੈਠੇ। ਉਹ ਉਹਨਾਂ ਨੂੰ ਤਾਂ ਐਂ ਹੋ ਗਿਆ ਵੀ ਉਹਨਾਂ ਨੂੰ ਸਵਾਦ ਆ ਗਿਆ ਵੀ ਯਾਰ ਇੱਕ ਬੰਦਾ ਸਟੇਜ ਤੋਂ ਆ ਕਹਿ ਰਿਹਾ ਵੀ ਪੁਲਿਸ ਵਾਲਿਆਂ ਨੂੰ ਨਾ ਜਵਾਈ ਬਣ ਕੇ ਰਹੂੰਗਾ। ਤੇ ਉਹ ਨਾ ਬੜੀਆਂ ਉਹਨਾਂ ਕਲਕਾਰੀ ਗੁਲਗੁਰੀਆਂ ਮਾਰੀਆਂ, ਖੁਸ਼ ਹੋਏ। ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਨਾ ਪਛਾਣ ਲਿਆ ਮੈਨੂੰ ਕਿ ਮੈਂ ਜਦੋਂ ਦਾੜੀ ਦੂੜੀ ਉਤਾਰਤੀ, ਕਲੀਨ ਸ਼ੇਵ ਨਹੀਂ ਸੀਗਾ, ਉਤਾਰ ਤੋਰ ਕੇ ਮੈਂ ਆਪਣੇ ਅਟਾਇਰ 'ਚ ਆ ਗਿਆ। ਤੇ ਆ ਕੇ ਮੈਂ ਅੱਗੇ ਇੱਕ ਹੋਰ ਨਾਟਕ ਹੋਣਾ ਸੀ ਗਰੁੱਪ ਦਾ, ਮੈਂ ਆ ਕੇ ਫਰੰਟ ਰੋ ਦੇ ਵਿੱਚ ਬਹਿ ਗਿਆ। ਉਹ ਮੁੰਡਿਆਂ ਨੇ ਮੈਨੂੰ ਫਿਰ ਪਛਾਣ ਲਿਆ, ਉਹਨਾਂ ਨੇ ਮੈਨੂੰ ਮੋਢਿਆਂ ਤੇ ਚੁੱਕ ਲਿਆ, ਚੁੱਕ ਕੇ ਕਹਿੰਦੇ ਬਾਈ ਚੱਲ ਤੈਨੂੰ ਇਹੀ ਰੋਟੀ ਖਵਾਉਣ ਲੈ ਕੇ ਜਾਣਾ ਜਾਂ ਇੱਦਾਂ ਕੁਛ ਨਾ। ਮੈਂ ਬਹੁਤ ਖੁਸ਼ ਵੀ ਲੈ ਵੀ ਅੱਜ ਦਾ ਕਮਾਲ ਹੋ ਗਈ, ਕਮਾਲ ਕਿਆ ਹੋ ਗਈ। ਬਸ 2 ਮਿੰਟ ਹੀ ਗੁਜ਼ਰੇ ਤੇ ਪੁਲਿਸ ਆ ਗਈ, ਆ ਕੇ ਮੈਨੂੰ ਕਹਿੰਦੇ ਬੱਚੂ ਗੱਲ ਸੁਣ ਇੱਧਰ ਆ। ਉਹ ਮੈਨੂੰ ਫੜ ਲਿਆ, ਉਹਨੇ ਫੜ ਕੇ ਲੈ ਗਏ ਸਾਈਡ ਦੇ ਉੱਤੇ, ਮੈਨੂੰ ਕਹਿੰਦੇ ਵੀ ਤੈਨੂੰ ਜਵਾਈ ਬਣਨਾ ਤੂੰ। ਮੈਨੂੰ ਸਮਝ ਨਹੀਂ, ਮੈਂ ਕੀ ਗੱਲ ਹੋਈ? ਕਹਿੰਦੇ ਨਹੀਂ ਤੂੰ ਸਟੇਜ ਤੋਂ ਹੁਣੇ ਕਹਿ ਰਿਹਾ ਸੀਗਾ। ਮੈਂ ਜੀ ਉਹ ਡਾਇਲੋਗ ਸੀਗਾ, ਉਹ ਮੈਂ ਨਹੀਂ ਸੀ ਬੋਲ ਰਿਹਾ, ਉਹ ਮੇਰਾ ਕਰੈਕਟਰ ਬੋਲ ਰਿਹਾ ਸੀ ਨਾ। ਕਹਿੰਦੇ ਕਾਕਾ ਜੋ ਵੀ ਹੈ ਕਰੈਕਟਰ ਬੋਲਦਾ, ਕਿੱਦਾਂ ਬੋਲਦਾ ਤਾਂ ਤੂੰ ਹੀ ਸੀਗਾ। ਤੈਨੂੰ ਲੈ ਕੇ ਜਾਣਾ ਅੱਜ ਦੀ ਰਾਤ, ਤੈਨੂੰ ਇੱਥੇ ਲੁਧਿਆਣੇ ਤੇ ਲੱਗੇ ਸਮਰਾਲੇ ਨਾ, ਤੈਨੂੰ ਖੇਤਾਂ 'ਚ ਘੁਮਾਉਣਾ ਤੇ ਤੈਨੂੰ ਪਤਾ ਲੱਗੂ ਵੀ ਪੁਲਿਸ ਵਾਲੇ ਅਸੀਂ ਡਿਊਟੀ ਕਿੱਦਾਂ ਕਰਦੇ ਆ, ਵੀ ਸਾਡੀ ਜਾਨ ਤੇ ਬਣੀ ਹੋਈ ਹੈ ਤੇ ਤੁਸੀਂ ਸਾਨੂੰ ਐਂ ਗੱਲਾਂ ਕਰਦੇ ਆ। ਮੈਨੂੰ ਮਹਿਸੂਸ ਹੋਇਆ ਯਾਰ ਇਹ ਤਾਂ ਦਿਲ ਤੇ ਲੱਗ ਗਏ। ਤੇ ਮੈਂ ਉਹਨੂੰ ਕਿਹਾ, ਮੈਂ ਕਹਿੰਦੀ ਬਾਈ ਐਸੀ ਕੋਈ ਗੱਲ ਨਹੀਂ ਹੈ। ਕਹਿੰਦੇ ਨਹੀਂ ਗੱਲ ਤਾਂ ਹੈਗੀ, ਤੈਨੂੰ ਤਾਂ ਅਸੀਂ ਲੈ ਕੇ ਜਾਣਾ। ਤੇ ਉਹ ਮੈਨੂੰ ਖਿੱਚ ਤੂੰ ਕਰਨਾ ਪਿਆ ਮੇਰੀ ਵੀ ਤੈਨੂੰ ਅੱਜ ਅਸੀਂ ਛੱਡਦੇ ਨਹੀਂ, ਤੈਨੂੰ ਲੈ ਕੇ ਜਾਣਾ, ਫਿਰ ਤੈਨੂੰ ਪਤਾ ਲੱਗੂ ਕਿੱਦਾਂ ਮੁਕਾਬਲੇ ਬਣਦੇ, ਅੱਜ ਸ਼ਾਇਦ ਤੇਰਾ ਬਣੂ ਇੱਦਾਂ ਦੀ ਗੱਲਾਂ। ਤੇ ਮੈਂ ਅੰਦਰੋਂ ਮੈਂ ਕਿਹਾ ਲੈ ਵੀ ਅੱਜ ਗਏ। ਤੇ ਪਰ ਇਹਨੇ ਦੇ ਵਿੱਚ ਨਾ ਕਲਾਕਾਰ ਸਾਰੇ ਜਿੰਨੇ ਉੱਥੇ ਸੀਗੇ ਜਾਣਦੇ ਪਛਾਣਦੇ ਸਾਰੇ ਇਕੱਠੇ ਹੋ ਗਏ, 15-20 ਜਣੇ ਇਕੱਠੇ ਹੋ ਗਏ, ਜਿਹਦੇ ਵਿੱਚ ਹੀਰਾ ਸਿੰਘ ਰੰਧਾਵਾ, ਕੇਵਲ ਧਾਲੀਵਾਲ, ਬੀਬਾ ਕੁਲਵੰਤ, ਹੋਰ ਕਾਫੀ ਆਰਟਿਸਟ ਸੀਗੇ। ਇਹ ਸਾਰੇ ਇੱਦਾਂ ਨਾ ਇਹਨਾਂ ਨੇ ਇੱਦਾਂ ਨਾ ਚੇਂਜ ਹੀ ਬਣਾ ਲਈ ਮੇਰੇ ਆਲੇ ਦੁਆਲੇ। ਤੇ ਪੁਲਿਸ ਵਾਲਿਆਂ ਨੂੰ ਕਹਿੰਦੇ ਵੀ ਜੇ ਤੁਸੀਂ ਲੈ ਕੇ ਜਾਣਾ ਨਾ, ਫਿਰ ਇਹਨੂੰ ਅਸੀਂ ਇਕੱਲੇ ਨੂੰ ਨਹੀਂ ਜਾਣ ਦੇਣਾ, ਤੁਸੀਂ ਸਾਨੂੰ ਸਾਰਿਆਂ ਨੂੰ ਲੈ ਜਾਓ। ਉਹ ਥੋੜਾ ਉਹਦੇ ਕਰਕੇ ਮਸਲਾ ਮਤਲਬ ਠੰਡਾ ਪੈ ਗਿਆ ਤੇ ਉਹਨਾਂ ਨੇ ਸਾਨੂੰ ਨਾ ਉੱਥੋਂ ਭਜਾ ਦਿੱਤਾ। ਉਹ ਕਹਿੰਦੇ ਵੀ ਅਸੀਂ ਰਾਤ ਸਟੇ ਉੱਥੇ ਕਰਨੀ ਸੀ, ਉਹਨਾਂ ਨੇ ਸਾਨੂੰ ਕਹਿੰਦੇ ਵੀ ਤੁਸੀਂ ਜਾਓ। ਅਸੀਂ ਰਾਤ ਰੇਲਵੇ ਸਟੇਸ਼ਨ ਤੇ ਗੁਜ਼ਾਰੀ, ਤੇ ਰੇਲਵੇ ਸਟੇਸ਼ਨ ਤੇ ਜਦੋਂ ਅਸੀਂ ਸੁੱਤੇ ਆ ਪਲੇਟਫਾਰਮ ਦੇ ਉੱਤੇ, ਉਸੇ ਰਾਤ ਭੁਚਾਲ ਆਇਆ ਸੀ ਬਹੁਤ ਵੱਡਾ, ਜਿਹਦੇ ਨਾਲ ਬਹੁਤ ਰਾਤ ਨੂੰ ਇਦਾਂ ਤੋਂ ਪਲੇਟਫਾਰਮ ਮਿਲ ਲਿਆ। ਹੁਣ ਜਦੋਂ ਬਦਲਦਾ ਨਾ ਸਮਾਂ ਤਾਂ ਤੁਹਾਨੂੰ ਤੁਹਾਡੀ ਕਲਾਕਾਰੀ ਦਾ ਤਰੀਕਾ ਹੀ ਬਦਲਣਾ ਪੈਂਦਾ। ਮੈਨੂੰ ਆਪ ਨੂੰ ਵੀ ਏਦਾਂ ਲੱਗਦਾ ਕਿ ਕੁਝ ਗੱਲਾਂ ਇਹ ਇਹੋ ਜਿਹੀਆਂ ਨੇ, ਕੁਝ ਸਬਜੈਕਟ ਇਹੋ ਜਿਹੇ ਨੇ ਜਿਹੜੇ ਤੁਸੀਂ ਥੀਏਟਰ ਦੇ ਵਿੱਚ ਉਹ ਇਨਸਾਫ ਨਹੀਂ ਉਹਨਾਂ ਨਾਲ ਕਰ ਸਕਦੇ, ਤੁਸੀਂ ਫਿਲਮ 'ਚ ਕਰ ਸਕਦੇ ਹੋ। ਤੁਹਾਨੂੰ ਵਿਜ਼ੂਅਲੀ ਕੁਝ ਚੀਜ਼ਾਂ ਹੋਰ ਜ਼ਿਆਦਾ ਚਾਹੀਦੀਆਂ ਹੁੰਦੀਆਂ, ਜਾਂ ਇੱਕ ਨੇੜੇ ਤੋਂ ਤੁਸੀਂ ਫੜਨਾ ਚਾਹੁੰਦੇ ਹੁੰਦੇ ਹੋ, ਤੇ ਸਿਨੇਮਾ ਤੁਹਾਡਾ ਜਿਹੜਾ ਕੈਮਰਾ ਹੈ ਤੁਹਾਡਾ ਉਹ ਬਹੁਤ ਨੇੜੇ ਤੋਂ ਉਸ ਚੀਜ਼ ਨੂੰ ਫੜ ਸਕਦਾ, ਕੁਝ ਵਿਜ਼ੂਅਲਸ ਨੂੰ ਫੜ ਸਕਦਾ। ਤਾਂ ਕਰਕੇ ਮੈਂ ਖੁਦ ਵੀ ਡਾਇਰੈਕਸ਼ਨ ਵਾਲੇ ਪਾਸੇ ਆਇਆ, ਰਾਈਟਿੰਗ ਵਾਲੇ ਪਾਸੇ, ਤੇ ਹੁਣ ਮੈਂ ਐਕਟਿੰਗ ਵਾਲੇ ਪਾਸੇ ਵੀ ਆਇਆ। ਮੈਨੂੰ ਹੁਣ ਦੋਸਤਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਤੈਨੂੰ ਕਿਸੇ ਫਿਲਮ 'ਚ ਰੋਲ ਆਫਰ ਕਰਾਂਗੇ, ਤੂੰ ਮਨਾ ਤਾਂ ਨਹੀਂ ਕਰ ਦੇਂਗਾ। ਪਹਿਲਾਂ ਤਾਂ ਉਹਨਾਂ ਨੇ ਹੀ ਪੁੱਛਿਆ ਕਿ ਥੀਏਟਰ ਵਾਲਿਆਂ ਤੋਂ ਸਾਡੇ ਤੋਂ ਨਾ ਇਸ ਕਰਕੇ ਵੀ ਡਰਦੇ ਆ, ਜਦੋਂ ਇਹ ਥੀਏਟਰ 'ਚ ਥੋੜਾ ਹੋਰ ਵੱਡੀ ਹਸਤੀ ਹੋ ਜੀਦਾ, ਮੁਕਾਮ 'ਚ ਹੋ ਜੀਦਾ, ਵੀ ਯਾਰ ਇਹ ਮਨਾ ਕਰ ਦੂਗਾ ਵੀ ਇੰਨਾ ਬਿਜ਼ੀ ਹੈ। ਮੈਂ ਕਿਹਾ ਨਹੀਂ, ਮੈਂ ਮਨਾ ਬਿਲਕੁਲ ਨਹੀਂ ਕਰੂੰਗਾ, ਸਿਰਫ ਇਹ ਦੇਖਣਾ ਪਊਗਾ ਕਿ ਮੇਰੇ ਕੋਲ ਸਮਾਂ ਹੈਗਾ ਜਾਂ ਕੁਝ। ਤੇ ਹੁਣੇ ਮੈਂ ਲੇਟੈਸਟ ਨਾ ਇੱਕ ਫਿਲਮ ਦੇ ਵਿੱਚ ਬੜਾ ਇੰਟਰਸਟਿੰਗ ਕਰੈਕਟਰ ਕਰਕੇ ਆਇਆ, ਕਲੀ ਜੋਟਾ ਫਿਲਮ ਹੈ, ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤੀ, ਬੜੇ ਵੱਡੇ ਡਾਇਰੈਕਟਰ ਨੇ ਹਿੰਦੀ ਫਿਲਮਾਂ ਦੇ ਵੀ ਉਹਨਾਂ ਨੇ। ਤੇ ਉਹਦੇ ਵਿੱਚ ਬੜਾ ਇੰਟਰਸਟਿੰਗ ਇੱਕ ਆਪੋਜੀਸ਼ਨ ਲਾਇਰ ਦਾ ਰੋਲ ਹੈ, ਬੜਾ ਇੰਟਰਸਟਿੰਗ ਮਤਲਬ ਕਰੈਕਟਰ ਹੈ। ਉਹ ਮੈਨੂੰ ਬੜਾ ਚੰਗਾ ਲੱਗਾ ਕਿ ਏਡੇ ਵੱਡੇ ਡਾਇਰੈਕਟਰ ਨੇ ਉਹ, ਪਰ ਸਿਰਫ ਇਸ ਕਰਕੇ ਉਹਨਾਂ ਨੇ ਮੈਨੂੰ ਇਹ ਮਾਣ ਦਿੱਤਾ ਕਿ ਮੈਨੂੰ ਉਹਨੂੰ ਕਿਹਾ, ਰਾਈਟਰ ਉਹਨੇ ਕਿਹਾ ਕਿ ਨਹੀਂ ਅਸੀਂ ਉਹਨਾਂ ਨੂੰ ਬੁਲਾਉਣਾ ਨਹੀਂ ਹੈ ਕੋਈ ਮਿਲਣ ਵਾਸਤੇ, ਅਸੀਂ ਉਹਨਾਂ ਨੂੰ ਖੁਦ ਘਰੇ ਜਾ ਕੇ ਮਿਲ ਕੇ ਆਵਾਂਗੇ। ਵੀ ਚੰਗਾ ਨਹੀਂ ਲੱਗਦਾ ਵੀ ਉਹਨਾਂ ਨੇ ਇੰਨਾ ਕੰਮ ਥੀਏਟਰ 'ਚ ਕੀਤਾ। ਮੈਨੂੰ ਇੰਨਾ ਮਤਲਬ ਮੇਰੀਆਂ ਅੱਖਾਂ ਨਮ ਹੋਈਆਂ ਕਿ ਯਾਰ ਇੰਨਾ ਮਾਣ ਆਪਣੇ ਵੱਲੋਂ ਨਹੀਂ। ਅੱਜ ਦੇ ਹੁਣ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੱਸਿਆ ਵੀ ਫਿਲਮਾਂ 'ਚ ਵੀ ਨਾਲ ਜਿਹੜਾ ਨਾਟਕਾਂ ਦਾ ਉਹ ਕਿੱਦਾਂ ਚੱਲ ਰਿਹਾ, ਕੋਈ ਲਿਖ ਰਹੇ ਹੋ ਫਿਰ ਅੱਜ ਕੱਲ੍ਹ? ਹਾਂ ਬਿਲਕੁਲ। ਮੈਂ ਹੁਣ ਤਾਂ ਹਾਲੇ ਸੰਮਾਂ ਵਾਲੀ ਡਾਂਗ ਦੇ ਤਾਂ ਸ਼ੋਅ ਚੱਲੀ ਜਾ ਰਹੇ, ਤੇ ਇੱਕ ਮੈਂ ਨਵਾਂ ਨਾਟਕ ਕਾਫੀ ਪਿਛਲੇ ਸਮੇਂ ਤੋਂ ਲੱਗਾ ਹੋਇਆ, ਉਹ ਲਿਖ ਰਿਹਾ, ਲੱਛੂ ਕਬਾੜੀਆ। ਉਹ ਇੱਕ ਮਜ਼ਦੂਰ, ਇੱਕ ਦਲਿਤ ਮਜ਼ਦੂਰ ਦੇ ਉੱਤੇ ਹੈ ਜਿਹੜਾ ਕਬਾੜੀਏ ਦਾ ਕਬਾੜ ਦਾ ਕੰਮ ਕਰਦਾ, ਉਹਦੇ ਉੱਤੇ। ਉਹ ਕਾਫੀ ਜਿਵੇਂ ਸੰਮਾਂ ਵਾਲੀ ਡਾਂਗ ਕਿਸਾਨੀ ਨਾਲ ਸੰਬੰਧਿਤ ਸੀ, ਇਵੇਂ ਉਹ ਲੱਛੂ ਕਬਾੜੀਆ ਉਹ ਜਿਹੜਾ ਇੱਕ ਸਾਡਾ ਸੈਗਮੈਂਟ ਹੈ ਜਿਹੜਾ ਬਿਲਕੁਲ ਹੀ ਹਾਸ਼ੀਏ ਤੋਂ ਬਾਹਰ ਤੱਕ ਦਿੱਤਾ ਅਸੀਂ, ਜਿਹੜੀ ਜ਼ਿੰਦਗੀ ਨੇੜੇ ਵੀ ਨਹੀਂ ਜਾਂਦੀ ਵਿਚਾਰੇ ਦੀ ਜਿਹਨਾਂ ਦੇ ਨਾ, ਉਹਨਾਂ ਬਾਰੇ ਉਹ ਮੈਂ ਲਿਖ ਰਿਹਾ। ਕਈ ਵਾਰ ਨਾ ਜ਼ਿੰਦਗੀ 'ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਖਿਆਲਾਤ ਹੁੰਦੇ ਨੇ ਵੀ ਇਹ ਤੁਹਾਡੀ ਜਿੰਨਾ ਕੰਮ ਕੀਤਾ ਇਹ ਤੁਹਾਡੀ ਜ਼ਿੰਮੇਵਾਰੀ ਹੋਰ ਆ ਵੀ ਇਹਨੂੰ ਪੂਰਾ ਕਰੀਏ, ਕਿ ਤੁਹਾਡਾ ਮਨ ਹੁੰਦਾ ਵੀ ਇਹਨੂੰ ਆਪਾਂ, ਕਿਉਂਕਿ ਕਈ ਵਾਰ ਤਾਂ ਚਲੋ
ਨਾਲ ਦੀ ਨਾਲ ਚੱਲਣਾ ਹੁੰਦਾ, ਨਾਟਕ ਵੀ ਖੇਡਣੇ ਹੁੰਦੇ ਨੇ, ਸਮਾਜ ਤੋਂ ਵਿਸ਼ੇ ਚੱਕ ਲੈਂਦੇ ਆ, ਪਰ ਕਈਆਂ ਦੇ ਇਦਾਂ ਹੁੰਦਾ ਵੀ ਕਰਨਾ ਹੀ ਕਰਨਾ, ਉਹ ਫਿਰ ਜ਼ਿਆਦਾ ਸੁਭਾਵਿਕ ਇਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਉਂਕਿ ਮਹਿਸੂਸ ਹੁੰਦਾ ਨਾ ਕਿ ਤੁਸੀਂ ਇੰਨੇ ਸਾਲਾਂ ਦਾ ਤੁਹਾਡਾ ਸਫ਼ਰ ਲੰਘ ਗਿਆ, ਤੁਹਾਡੇ ਕੋਲ ਤਜਰਬਾ ਵਸੀ ਹੋ ਗਿਆ ਤੁਹਾਡਾ, ਤੁਹਾਨੂੰ ਆਰਟ ਦੀ ਸਮਝ ਵੀ ਆ ਗਈ, ਬਿਹਤਰ ਇੱਕ ਸਮਝ ਕਿ ਯਾਰ ਇਹਨੂੰ ਕਿੱਦਾਂ ਚੀਜ਼ ਨੂੰ ਸੌਖਿਆਂ ਤਰੀਕੇ ਪੇਸ਼ ਕਰੀਦਾ। ਤੇ ਦੂਜੀ ਗੱਲ ਨਾ, ਵੱਡੀ ਗੱਲ ਇਹ ਹੈ ਕਿ ਮੈਂ ਨਾ ਇਹ ਸਭ ਕੁਝ ਨੂੰ ਕਦੇ ਨਾ ਬੋਝ ਨਹੀਂ ਲੈਂਦਾ ਆਪਣੇ ਆਪ ਦੇ ਉੱਤੇ। ਤੇ ਮੇਰਾ ਇੱਕ ਲਾਈਫ ਦਾ ਪੈਟਰਨ ਵੀ ਹੈ, ਮੈਂ ਆਪਣੇ ਕਹਿੰਦਾ ਉਹਨਾਂ ਦੋਸਤਾਂ ਨੂੰ ਕਿ ਯਾਰ ਇਹਨੂੰ ਨਾ ਬਰਡਨ ਬਣਾ ਕੇ ਨਾ ਚੱਲੋ, ਵੀ ਠੀਕ ਹੈ ਨਾ ਅਸੀਂ ਸੀਰੀਅਸ ਸੌਰਟ ਆਫ ਆਰਟ ਕਰਦੇ ਹਾਂ, ਤਾਂ ਮਤਲਬ ਨਹੀਂ ਹਰ ਵੇਲੇ ਅਸੀਂ ਸੀਰੀਅਸ ਹੀ ਬਣੇ ਰਹੀਏ ਤੇ ਅਸੀਂ ਗੰਭੀਰ ਨਾ। ਮੈਂ ਬਹੁਤ ਲਾਈਟ ਗੱਲਾਂ ਕਰਨ ਦਾ ਸ਼ੌਕੀਨ ਚਲੋ ਕਈ ਵਾਰ ਲੈ ਲੈਂਦੇ ਆ ਲੋਕ ਸੀਰੀਅਸ ਲੈ ਲੈਂਦੇ ਆ ਨਾ, ਵੀ ਤੁਹਾਡਾ ਰੋਲ ਦੇਖ ਕੇ ਤੁਹਾਨੂੰ ਸੀਰੀਅਸ ਲੈ ਲੈਣੇ। ਹਾਂ, ਜਦੋਂ ਅਸੀਂ ਕਰ ਰਹੇ ਹਾਂ ਉਦੋਂ ਅਸੀਂ ਸੀਰੀਅਸ, ਡੈਮ ਸੀਰੀਅਸ ਹੋਣਾ ਚਾਹੀਦੇ ਹੋ। ਜਦੋਂ ਤੁਸੀਂ ਲੋਕਾਂ 'ਚ ਵਿਚਰ ਰਹੇ ਹਾਂ ਸੀਰੀਅਸ ਹੀ ਹੋਣਾ ਚਾਹੀਦਾ, ਲੇਕਿਨ ਨਾਲ ਨਾਲ ਤੁਸੀਂ ਜ਼ਿੰਦਗੀ ਨੂੰ ਮਾਣਦੇ ਵੀ ਰਹੋ। ਮਤਲਬ ਮੇਰਾ ਬਹੁਤ ਹੁੰਦਾ ਵੀ ਯਾਰ ਤੁਸੀਂ ਬੈਠੇ ਹੋ ਕਿਤੇ ਫੁਰਸਤ ਦੇ ਪਲਾਂ 'ਚ ਬੈਠੇ ਹੋ, ਤੁਸੀਂ ਚੁਟਕਲੇ ਵੀ ਸੁਣਾਓ, ਇੱਕ ਦੂਜੇ ਨੂੰ ਹੱਸੋ ਵੀ, ਖੁੱਲ੍ਹ ਕੇ ਹੱਸੋ, ਐ ਨਾ ਬੈਗੇਜ ਨਾ ਲਈ ਫਿਰੋ ਕਿ ਯਾਰ ਮੈਂ ਤਾਂ ਉਹ ਐ, ਮੈਂ ਤਾਂ ਆਹ ਐ, ਉਹ ਨਾਲ ਉਸ ਵੇਲੇ ਲਾ ਦਿਓ ਸਾਰਾ ਕੁਝ। ਮੈਂ ਆਪਣੀ ਰਿਸ਼ਤੇਦਾਰੀ 'ਚ ਬੈਠਦਾ, ਮੈਂ ਕਹਿੰਦਾ ਮਤਲਬ ਮੇਰੇ ਸਾਹਮਣੇ ਜਿੱਥੇ ਮੇਰੇ ਰਿਸ਼ਤੇਦਾਰ ਬੈਠੇ ਹੋਣ, ਮੈਂ ਸਵਾਲ ਕਰ ਸਕਦਾ ਵੀ ਯਾਰ ਤੁਹਾਨੂੰ ਕਦੇ ਮੈਂ ਇੱਦਾਂ ਤਾਂ ਨਹੀਂ ਮਹਿਸੂਸ ਹੋਣ ਦਿੱਤਾ ਵੀ ਮੈਂ ਆਹ ਆ। ਮੈਂ ਕਦੇ ਨਹੀਂ, ਮੇਰੇ ਮਾਮਿਆਂ ਦੇ ਮੁੰਡੇ, ਚਾਚੇ ਤਾਇਆਂ ਦੇ ਮੁੰਡੇ, ਭੂਆ ਦਾ ਮੁੰਡਾ, ਕੋਈ ਵੀ ਮੈਂ ਰਿਸ਼ਤੇਦਾਰੀ ਜਦੋਂ ਵਿਚਰਦਾ, ਵਿਆਹਾਂ ਸ਼ਾਦੀਆਂ 'ਚ ਮੇਰੇ ਜੀਜੇ ਤੇ ਹੋਰ ਜੋ ਵੀ ਮਾਮੇ ਜਾਂ ਕੁਛ, ਮੈਂ ਸਾਰਿਆਂ 'ਚ ਬਹੁਤ ਇੱਦਾਂ ਹੀ ਵਿਚਰਦਾ ਹੁੰਦਾ। ਉਹਨੂੰ ਕਹਿੰਦਾ ਯਾਰ ਉਹ ਗੱਲਾਂ ਮੇਰੇ ਨਾਲ ਨਾ ਕਰੋ, ਸੌਖੇ ਰਹੋ। ਉੱਥੇ ਇਕੱਲਾ ਸਾਹਿਬ ਸਿੰਘ ਹੁੰਦਾ, ਉੱਥੇ ਮੈਂ ਇਕੱਲਾ ਸਾਹਿਬ ਹੀ ਹੁੰਦਾ, ਉਹਨਾਂ ਦਾ ਸਾਹਿਬ ਜਿਹੜਾ ਹੁੰਦਾ ਨਾ ਮੈਂ ਉਹ ਹੁੰਦਾ। ਤੇ ਉਹ ਚਾਹੀਦਾ। ਹਾਂ, ਉਹ ਖੁਰਾਕ ਹੈ ਇੱਕ, ਉਹ ਵੀ ਖੁਰਾਕ ਹੈ ਜ਼ਿੰਦਗੀ ਦੀ। ਉਹ ਵੀ ਹਿੱਸਾ ਹੈ, ਨਹੀਂ ਤਾਂ ਪਾਗਲ ਹੋ ਜਾਾਂਗੇ ਅਸੀਂ। ਸਾਡੇ ਦਿਮਾਗ 'ਚ ਇੰਨੇ ਆਈਡੀਆਜ਼ ਤੁਰੇ ਫਿਰਦੇ ਆ, ਇੰਨਾ ਕੁਝ, ਅਸੀਂ ਤਾਂ 2 ਦਿਨਾਂ 'ਚ ਪਾਗਲ ਹੋ ਜਾਾਂਗੇ ਜੇ ਅਸੀਂ ਜ਼ਿੰਦਗੀ ਨੂੰ ਮਾਣਾਂਗੇ। ਸਹੀ ਗੱਲ ਹੈ ਸਰ ਸਿੰਘ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜ਼ਿੰਦਗੀ ਦੇ ਸਫ਼ਰ ਦੀਆਂ ਕਹਿ ਕੁਝ ਝਾਤੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਰੰਗਮੰਚ ਦਾ ਸਫ਼ਰ ਵੀ ਤੁਹਾਡਾ ਬਹੁਤ ਲੰਬਾ ਤੇ ਜ਼ਿੰਦਗੀ ਦਾ ਸਫ਼ਰ ਉਹ ਤੋਂ ਜ਼ਿਆਦਾ ਮੈਨੂੰ ਲੱਗਦਾ ਲੰਬਾ, ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ।